ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੋਵਿਡ-19 ਦੇ ਕਾਰਨ ਬਹੁਤ ਸਾਰੇ ਲੋਕ ਇੰਡੀਆ ਦੇ ਵਿੱਚ ਸਟਕ ਸੀ, ਕਿਉਂਕਿ ਉੱਥੇ ਲਾਕਡਾਊਨ ਸੀ। ਨਾ ਹੀ ਕੋਈ ਫਲਾਈਟ ਜਾ ਰਹੀ ਸੀ, ਨਾ ਹੀ ਉੱਥੋਂ ਆ ਰਹੀ ਸੀ। ਤੇ ਬਹੁਤ ਸਾਰੇ ਕੈਨੇਡੀਅਨ ਇੰਡੀਆ ਦੇ ਵਿੱਚ ਫਸੇ ਹੋਏ ਸਨ, ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਦਸੰਬਰ ਤੋਂ ਲੈ ਕੇ ਅਪ੍ਰੈਲ ਤੱਕ ਦੇ ਮਹੀਨੇ ਦੇ ਵਿੱਚ ਸਾਡੇ ਪੰਜਾਬੀ ਨੇ ਜੋ ਉਹ ਪੰਜਾਬ ਦੇ ਵਿੱਚ ਜਾਂਦੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ। ਤੇ ਨਾਲ ਅਸੀਂ ਜੇ ਹੁਣ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕਰ ਲਈਏ ਤਾਂ ਫਿਲਮ ਇੰਡਸਟਰੀ ਦੇ ਵਿੱਚ ਇਸ ਟਾਈਮ ਦੇ ਉੱਤੇ ਮੂਵੀਜ਼ ਸ਼ੂਟ ਹੋ ਰਹੀਆਂ ਨੇ ਤੇ ਨਾਲ ਪ੍ਰਮੋਸ਼ਨਸ ਵੀ ਚੱਲ ਰਹੀਆਂ ਸੀ, ਜਿਨ੍ਹਾਂ ਦੀਆਂ ਰਿਲੀਜ਼ ਹੋਣੀਆਂ ਸੀ ਇਹਨਾਂ ਮਹੀਨਿਆਂ ਦੇ ਵਿੱਚ ਹੀ। ਤੇ ਨਾਲ ਹੀ ਉੱਥੇ ਹੋਰ ਨਵੀਆਂ ਮੂਵੀਜ਼ ਦੀ ਸ਼ੂਟਿੰਗ ਹੋ ਰਹੀ ਸੀ। ਤੇ ਹੁਣ ਚਾਹੇ ਉਹ ਬਾਲੀਵੁੱਡ ਹੈ, ਚਾਹੇ ਉਹ ਬਾਲੀਵੁੱਡ ਹੈ, ਚਾਹੇ ਹਾਲੀਵੁੱਡ ਹੈ, ਹਰੇਕ ਇੰਡਸਟਰੀ ਦੇ ਉੱਤੇ ਇਸ ਕੋਵਿਡ-19 ਦਾ ਪ੍ਰਭਾਵ ਪਿਆ ਹੋਇਆ। ਸੋ ਅੱਜ ਮੇਰੇ ਨਾਲ ਇੱਕ ਐਕਟਰ ਮੌਜੂਦ ਨੇ ਜੋ ਪੰਜਾਬ ਦੇ ਵਿੱਚ ਆਪਣੀ ਫਿਲਮ ਦੀ ਸ਼ੂਟ ਦੇ ਲਈ ਗਏ ਹੋਏ ਸਨ ਤੇ ਉੱਥੇ ਲਾਕਡਾਊਨ ਦੇ ਕਾਰਨ ਉੱਥੇ ਫਸ ਗਏ ਸਨ ਤੇ ਉਹਨਾਂ ਲਾਕਡਾਊਨ ਦੇ ਵਿੱਚ ਫਸੇ ਸਨ। ਤੇ ਹੁਣ ਜੋ ਗਵਰਨਮੈਂਟ ਦੇ ਵੱਲੋਂ ਫਲਾਈਟਸ ਆ ਰਹੀਆਂ ਸਨ, ਉਹਨਾਂ ਫਲਾਈਟਸ ਦੇ ਵਿੱਚ ਉਹਨਾਂ ਦਾ ਨੰਬਰ ਆਇਆ ਤੇ ਉਹ ਕੁਝ ਕਰੀਬ 5 ਤੋਂ 7 ਦਿਨ ਪਹਿਲਾਂ ਵਾਪਸ ਕੈਨੇਡਾ ਆਪਣੇ ਘਰ ਪਹੁੰਚ ਗਏ ਨੇ। ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਵਨ ਆਫ ਦਾ ਫਾਈਨ ਐਕਟਰ ਪਵਕੰਡਨ ਸਿੰਘ ਰਖੜਾ, BK ਰਖੜਾ। ਲੈਟਸ ਵੈਲਕਮ ਤੇ ਆਓ ਉਹਨਾਂ ਦਾ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੀ ਜਰਨੀ ਦੇ ਬਾਰੇ। ਸੋ ਮਿਸਟਰ ਰਖੜਾ, ਸਵਾਗਤ ਹੈ ਤੁਹਾਡਾ। Thank you, Ji. Thank you very much, Ashti. Thank you. Welcome back. Welcome home. Thank you. Thank you. I'm glad ਕਿਵੇਂ ਲੱਗ ਰਿਹਾ ਘਰ ਆ ਕੇ ਇੰਨੇ ਟਾਈਮ ਬਾਅਦ? ਵਧੀਆ ਲੱਗਦਾ ਘਰ ਆਪਣੇ, ਤੁਹਾਨੂੰ ਫ੍ਰੀडम ਲੱਗਦੀ ਹੈ ਘਰ ਚ ਆ ਕੇ ਤੁਸੀਂ, ਔਰ ਹੋਰ ਆਜ਼ਾਦੀ ਹੋ ਗਈ। ਉੱਥੇ ਜਿਹੜੇ ਕੰਮ ਸਨ ਉਹ ਤਾਂ ਨਿਬੜ ਗਏ ਸਨ, ਤਕਰੀਬਨ ਆਉਣ ਦਾ ਟਾਈਮ ਹੀ ਸੀਗਾ, 4 ਦਿਨ ਪਹਿਲੇ ਬਸ ਇਹ ਕੰਮ ਸ਼ੁਰੂ ਹੋ ਗਿਆ। ਬਿਲਕੁਲ, ਜਿਵੇਂ ਤੁਸੀਂ ਮੈਂ ਪਹਿਲਾਂ ਗੱਲ ਕੀਤੀ ਕਿ ਹੁਣ ਤੁਸੀਂ ਆਪਣੀ ਸ਼ੂਟ ਦੇ ਨੂੰ ਲੈ ਕੇ ਬਿਜ਼ੀ ਸੀਗੇ ਤੇ ਉਦੋਂ ਉੱਥੇ ਗਏ ਹੋਏ ਸੀ। ਸੋ ਕਿੰਨੇ ਟਾਈਮ ਬਾਅਦ ਗਏ ਸੀ ਪੰਜਾਬ ਤੁਸੀਂ? ਮੈਂ ਐਕਚੁਅਲੀ 8 ਸਾਲ ਬਾਅਦ ਗਿਆ। ਉਸ ਤੋਂ ਪਹਿਲੇ ਮੈਂ ਆਲਮੋਸਟ ਹਰ ਸਾਲ ਪਹਿਲੇ ਜਾਂਦਾ ਸਾਂ। 12 ਤੋਂ ਪਹਿਲੇ ਤਕਰੀਬਨ ਮੈਂ 11, 10, 9, 8, 7, 95 ਤੋਂ ਲੈ ਕੇ ਤਕਰੀਬਨ ਲਗਾਤਾਰ ਮੈਂ ਹਰ ਸਾਲ ਜਾਂਦਾ ਰਿਹਾ। ਐਤਕੀ 8 ਸਨ, ਸ਼ਾਇਦ ਮੇਰਾ ਖਿਆਲ ਇਸੇ ਕਰਕੇ ਉਹਨਾਂ ਨੇ ਮੈਨੂੰ ਜ਼ਿਆਦਾ ਰੱਖ ਲਿਆ ਵੀ ਇਹਨੇ ਕਿਉਂ ਆਇਆ। ਬਿਲਕੁਲ ਜ਼ਿਆਦਾ ਟਾਈਮ ਰੱਖ ਲਿਆ, ਕਿਉਂਕਿ ਹੁਣ ਲਾਕਡਾਊਨ ਦਾ ਨਹੀਂ ਪਤਾ ਸੀ ਕਿ ਲਾਕਡਾਊਨ ਇੰਨੀ ਜਲਦੀ ਹੋ ਜਾਏਗਾ। ਪਰ ਜਦੋਂ ਤੁਹਾਨੂੰ ਲਾਕਡਾਊਨ ਦਾ ਪਤਾ ਲੱਗਿਆ, ਕੀ ਰਿਐਕਸ਼ਨ ਸੀ? ਕੀ ਸੋਚਿਆ? ਫਟਾਫਟ ਕੈਂਸਲ ਕਰਨ ਦੀ ਸੋਚੀ ਜਾਂ ਦੁਬਾਰਾ ਟਿਕਟ ਲੈਣ ਦੀ ਸੋਚੀ? ਕੀ ਉਦੋਂ ਸਿਚੁਏਸ਼ਨ ਬਣੀ ਹੋਈ ਸੀ? ਐਕਚੁਅਲੀ ਪਤਾ ਕੀ ਸੀ, ਜਿਸ ਵੇਲੇ ਮੈਂ 26 ਫਰਵਰੀ ਨੂੰ ਉੱਥੋਂ ਗਿਆ ਜੀ, 27 ਨੂੰ ਉੱਥੇ ਪਹੁੰਚ ਗਿਆ ਇੰਡੀਆ ਵਿੱਚ। ਲਾਕਡਾਊਨ ਦਾ ਪਤਾ ਨਹੀਂ ਸੀਗਾ, ਮਾੜੀ ਮੋਟੀ ਵਾਰਨਿੰਗ ਸੀ ਵੀ ਇੱਥੇ ਹੋ ਰਹੇ ਸਨ ਕੁਝ ਕੇਸ, ਕੁਝ ਇੰਡੀਆ ਚ ਸਨ। ਇੰਡੀਆ ਬਹੁਤ ਥੋੜੇ ਸਨ, ਬਹੁਤ ਹੀ। ਪੰਜਾਬ ਦੇ ਵਿੱਚ 25-30 ਵੀ ਇੰਨੇ ਵੀ ਨਹੀਂ ਸੀਗੇ, ਔਰ ਇੰਡੀਆ ਵਿੱਚ ਬਹੁਤ ਥੋੜੇ ਸਨ, 1000 ਤੋਂ ਥੱਲੇ ਸਨ ਮੇਰਾ ਖਿਆਲ। ਕੋਈ ਇੰਨਾ ਕੋਈ ਰੌਲਾ ਰੱਪਾ ਕੁਛ ਵੀ ਨਹੀਂ ਸੀ। ਆਲ ਆਫ ਅ ਸਡਨ ਇਹ ਕੰਮ ਸ਼ੁਰੂ ਹੋ ਗਿਆ। ਉਸ ਸਾਹਿਬ ਦਾ ਮੈਸੇਜ ਆਇਆ ਕਿ ਜਿਹੜੇ ਬਾਹਰ ਗਏ ਹੋਏ ਨੇ ਕੈਨੇਡੀਅਨ, ਜਿੰਨੀ ਜਲਦੀ ਉਸ ਤੁਸੀਂ ਆ ਜਾਓ, ਚੰਗੀ ਗੱਲ ਆ। ਸੋਚਿਆ ਵੀ ਚਲੋ ਉਹਨਾਂ ਨੇ ਵਾਰਨਿੰਗ ਦਿੱਤੀ ਹੈ, ਹਫ਼ਤੇ 2 ਹਫ਼ਤੇ ਚ ਆ ਜਾਵਾਂਗੇ, ਕੋਈ ਗੱਲ ਨਹੀਂ। ਉਹ ਸੀਟ ਬੁੱਕ ਸੀ ਮੇਰੀ ਵਾਪਸ ਦੀ April 7 ਦੀ। ਮੈਂ ਫਿਰ ਉਹ 에ਅਰਲਾਈਨ ਨੂੰ ਫੋਨ ਕਰਕੇ ਉਹ ਮਾਰਚ 30 ਦੀ ਕਰਾ ਲਈ, 31 ਦੀ। ਸ਼ੂਟਿੰਗ ਦਾ ਕੰਮ ਤਾਂ ਮੇਰੇ ਜਾਂਦੇ ਸਾਰ ਜਿਹੜੇ 4-5 ਦਿਨ ਸਾਨੂੰ ਨਿਬੜ ਗਿਆ ਸੀ। ਉਸ ਤੋਂ ਪੰਜਾਬ ਵਿੱਚ ਆਪਣਾ ਹੀ ਕੰਮ ਸੀ, ਚਲੋ ਜਿਹਨਾਂ ਦੋਸਤਾਂ ਨੂੰ ਮਿਲਣਾ, ਚੰਡੀਗੜ੍ਹ ਚਲੇ ਗਏ, ਔਰ ਇਲਾਕੇ ਚਲੇ, ਲੁਧਿਆਣੇ ਚਲੇ ਗਏ, ਹੋਰ ਏਰੀਏ ਚ ਜਲੰਧਰ ਚਲੇ ਗਏ ਆਪਣੇ। ਤੋ ਜਲੰਧਰ ਮੈਂ ਉਸ ਵੇਲੇ ਗਿਆ ਸਾਂ ਜਦੋਂ ਇਹ ਆਲ ਆਫ ਅ ਸਡਨ ਇਹ ਗੱਲ ਹੋ ਕੇ ਲਾਕਡਾਊਨ ਹੋ ਗਈ, ਔਰ ਮੈਂ ਆਪਣੇ ਦੋਸਤ ਦੇ ਘਰ ਚ ਸੀ। ਦਿਨ ਫਿਰ ਉੱਥੇ ਫਸ ਗਏ। ਹੁਣ ਦੋਸਤ ਵੀ ਵਿਚਾਰਾ ਇੱਥੋਂ ਇਕੱਲਾ ਗਿਆ ਸੀਗਾ, ਉਹ ਵੀ ਉੱਥੇ ਗਿਆ ਸੀ ਜੀ। ਉਹ ਵੀ ਕਿਰਾਏ ਕਰਦਾ ਸੀ, ਉਹਦੇ ਕਿਰਾਏਦਾਰ ਜਿਹੜੇ ਰੱਖੇ ਹੋਏ ਨੇ ਉਹਨਾਂ ਉੱਤੇ ਅਸੀਂ ਇੱਕਦਮ ਫਸ ਗਏ। ਰੈਸਟੋਰੈਂਟ ਬੰਦ, ਮਾਰਕੀਟ ਬੰਦ, ਸਭ ਕੁਝ ਬੰਦ, ਤੁਸੀਂ ਘਰੋਂ ਬਾਹਰ ਨਹੀਂ ਜਾ ਸਕਦੇ, ਖਾਣੇ ਦੇਣ ਦਾ ਮੁਸ਼ਕਿਲ। ਅਸੀਂ ਫਿਰ ਉਸ ਦੋਸਤ ਨੂੰ ਤੇ ਉਹਦੀ ਵਾਈਫ ਨੂੰ ਰਿਕੁਐਸਟ ਕੀਤਾ ਵੀ 21 ਦਿਨ ਤੁਹਾਨੂੰ ਔਖੇ ਸੌਖੇ ਸਾਨੂੰ ਝੱਲਣਾ ਪੈਣਾ, ਜਿਵੇਂ ਵੀ ਹੋ ਸਕਦਾ ਕਰੋ। ਕਹਿੰਦੇ ਕੋਈ ਗੱਲ ਨਹੀਂ। ਸੋ ਡਿਪੈਂਡੈਂਟ ਹੋ ਗਏ। 21 ਦਿਨ ਤਕਰੀਬਨ ਅੰਦਰ ਹੀ ਅਸੀਂ ਰਹੇ, ਅੰਦਰ ਹੀ ਐਕਸਰਸਾਈਜ਼ ਕਰ ਲੈਣੀ, ਤੁਰ ਫਿਰ ਲੈਣਾ, ਖਿਜ ਵੀ ਲੈਣਾ, 2-4 ਫਿਲਮਾਂ ਦੇਖ ਲੈਣੀਆਂ ਇੰਟਰਨੈਟ ਦੇ ਉੱਪਰ, ਟੈਲੀਵਿਜ਼ਨ ਚੱਲਦਾ ਸੀਗਾ। ਸੋ ਬੜਾ ਮੁਸ਼ਕਿਲ ਮਹਿਸੂਸ ਕਰਦੇ ਸੀ ਕਦੇ ਕਦੇ, ਕਿਉਂਕਿ ਉੱਥੇ ਜਿਹੜਾ ਉੱਥੇ ਦਾ ਮੀਡੀਆ ਵਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਕਿਸਮ ਦੀਆਂ ਨੈਗੇਟਿਵ ਖਬਰਾਂ ਸਨ, ਜਿਹੜੀਆਂ ਕਿ NRIs ਦੇ ਖਿਲਾਫ ਜਾਂ ਉਹ ਇੱਕ ਕਮਿਊਨਿਟੀ ਦੇ ਖਿਲਾਫ ਜਾਂ ਦੂਜੀ ਕਮਿਊਨਿਟੀ ਦੇ ਖਿਲਾਫ। ਉਹ ਸਾਨੂੰ ਕੈਨੇਡਾ ਵਿੱਚ ਆਪਾਂ ਨੂੰ ਇਹ ਜਿਹੀਆਂ ਗੱਲਾਂ ਸੁਣਨ ਦੀ ਆਦਤ ਨਹੀਂ ਹੈ। ਬਿਲਕੁਲ, ਉਹ ਮੁਲਕ ਦੇ ਵਿੱਚ ਤੁਹਾਨੂੰ ਬਹੁਤ ਅਜੀਬ ਲੱਗਦਾ। ਫਿਰ ਅਸੀਂ ਟੈਲੀਵਿਜ਼ਨ ਦੇਖਣਾ ਬੰਦ ਕਰ ਦਿੱਤਾ, ਖਬਰਾਂ ਦੇਖਣੀਆਂ ਬੰਦ ਕਰ ਦਿੱਤੀਆਂ, ਟਾਈਮ ਪਾਸ ਕੀਤਾ ਜੀ ਔਖੇ ਸੌਖੇ। ਜਿਵੇਂ ਤੁਸੀਂ NRIs ਦੀ ਗੱਲ ਕੀਤੀ ਹੈ ਕਿ NRIs ਨੂੰ ਕਿਹਾ ਜਾਂਦਾ ਸੀ ਉੱਥੇ ਵੀ ਗਲਤ ਬੋਲਿਆ ਜਾਂਦਾ ਸੀ, ਤੁਹਾਡੇ ਨਾਲ ਵੀ ਕੁਝ ਏਦਾਂ ਦਾ ਹੋਇਆ ਉੱਥੇ ਕਿ ਤੁਹਾਡੇ ਨਾਲ ਜਿਹੜੇ ਲੋਕ ਸੀ ਉਹ ਤੁਹਾਡੇ ਨਾਲ ਵਧੀਆ ਵਰਤਾਅ ਕਰਦੇ ਸੀ?
ਪਰਸਨਲ ਤੇ ਕੋਈ ਇਸ਼ੂ ਨਹੀਂ ਸੀ ਆਂਢ ਗੁਆਂਢ ਜਾਂ ਮੁਹੱਲੇ ਵਿੱਚ, ਜਿੰਨਾ ਚਿਰ ਲੋਕਡਾਊਨ ਨਹੀਂ, ਲੋਕਡਾਊਨ ਤੋਂ ਬਾਅਦ। ਲੇਕਿਨ ਟੈਲੀਵਿਜ਼ਨ ਦੇ ਉੱਪਰ ਏਦਾਂ ਕਰ ਰਹੇ ਸੀ ਨਾ, ਜਿਹੜੇ NRI ਆਏ ਨੇ, ਕਰੋਨਾ ਲੈ ਕੇ ਆ ਗਏ ਇੰਡੀਆ 'ਚ। 20,000 NRI ਕਹਿੰਦੇ ਇੰਡੀਆ 'ਚ ਬੈਠੇ ਨੇ, ਔਰ ਉਹ ਇੱਕ ਇਸ ਤਰ੍ਹਾਂ ਦਾ ਬੰਬ ਵਾਂਗੂ ਫਟ ਜਾਣਾ, ਪਤਾ ਨਹੀਂ ਉਹਨਾਂ ਨੇ ਇੰਡੀਆ ਨੂੰ ਨਾਲ ਲੈ ਕੇ ਡੁੱਬ ਜਾਣਾ। ਇੰਨੀਆਂ ਡੇਂਜਰਸ ਲੈਂਗੁਏਜ ਯੂਜ਼ ਕਰਦੇ ਸਨ। ਮੈਂ ਤੇ ਮੇਰਾ ਦੋਸਤ ਦੇਖੀ ਯਾਰ ਕਿੱਥੇ ਆ ਕੇ ਫਸ ਗਏ ਤੇ ਹੋ ਗਿਆ। ਲੇਕਿਨ ਅਸੀਂ ਉਹ ਡਾਈਜੈਸਟ ਕਰ ਗਏ ਉਸ ਗੱਲ ਨੂੰ, ਕਰ ਕੀ ਸਕਦੇ ਆਪਾਂ। ਟਾਈਮ ਪਾਸ ਜਿਵੇਂ ਵੀ ਹੋ ਸਕਦਾ ਉੱਥੇ ਨਿਕਲਣ ਦੀ ਕੋਸ਼ਿਸ਼ ਕਰੋ, ਜੋ ਵੀ ਲੀਗਲ ਤਰੀਕੇ ਨਾਲ ਜੋ ਵੀ ਪੋਸੀਬਲ ਬਣਿਆ ਜਾਵਾਂਗੇ। ਮਿਸਟਰ ਰਖੜਾ, ਜਿੱਦਾਂ ਇਹ ਜਿਹੜੀਆਂ ਫਲਾਈਟ ਸੀਗੀਆਂ ਇਹ ਕੈਂਸਲ ਸੀਗੀਆਂ, ਤੇ ਹੁਣ ਜਿਹੜੇ ਗਵਰਨਮੈਂਟ ਵੱਲੋਂ ਪਲੇਨ ਜਾ ਰਹੇ ਸੀ ਉਹਦੇ ਵਿੱਚ ਨੰਬਰ ਕਿਵੇਂ ਆਇਆ ਤੁਹਾਡਾ? ਕਿਉਂਕਿ ਬਹੁਤ ਸਾਰੇ ਲੋਕ ਕੰਪਲੇਂਟ ਕਰ ਰਹੇ ਸੀ ਕਿ ਸਾਡੀ ਫਲਾਈਟ ਦੇ ਵਿੱਚ ਨੰਬਰ ਨਹੀਂ ਆ ਰਿਹਾ। ਓਰੀਜਨਲੀ ਕਿਉਂਕਿ ਬਹੁਤ ਜ਼ਿਆਦਾ ਲੋਕ ਉੱਥੇ ਫਸੇ ਸਨ, ਉਹਨਾਂ 'ਚ ਬਹੁਤ ਜ਼ਿਆਦਾ, ਜਿਵੇਂ ਮੈਂ ਆਪਣੇ ਤੌਰ ਤੇ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ, ਕੈਨੇਡੀਅਨ ਬੱਚੇ ਇੱਥੋਂ ਗਏ ਨੇ, ਉੱਥੇ ਗਰਮੀ ਹੋ ਰਹੀ ਸਰ, ਔਰ ਉਹ ਬੱਚੇ ਸਮਝ ਲਓ 5 ਸਾਲ ਦੀ ਉਮਰ ਦਾ, 10 ਦਾ ਜਾਂ 12 14 ਦੇ ਬੱਚੇ, ਜਿਨ੍ਹਾਂ ਨੂੰ ਸਮਝ ਨਹੀਂ ਇੰਡੀਆ ਦੇ ਸਿਸਟਮ ਦੀ, ਹਾਲਾਤ ਦੀ, ਗਰਮੀ ਦੀ, ਔਰ ਮੱਛਰ ਹੋ ਰਹੇ ਨੇ, ਔਰ ਉਹ ਅੰਦਰ ਰਹਿਣ ਦੇ ਆਦੀ ਨਹੀਂ, ਔਰ ਉੱਥੋਂ ਟੈਲੀਵਿਜ਼ਨ ਦਾ, ਉੱਥੋਂ ਐਂਟਰਟੇਨਮੈਂਟ ਉਹਨਾਂ ਦੇ ਫਿੱਟ ਨਹੀਂ ਆ ਰਿਹਾ, ਔਰ ਉਹਨਾਂ ਦੇ ਪੇਰੈਂਟਸ ਬੜੇ ਦੁਖੀ ਸਨ। ਕੋਈ ਮਾਂ ਨਾਲ ਇਕੱਲੀ ਗਿਆ ਵਾ, ਕੋਈ ਫੈਮਿਲੀ ਗਈ ਹੋਈ ਆ, ਕੋਈ ਗ੍ਰੈਂਡ ਪੇਰੈਂਟਸ ਨਾਲ ਗਿਆ ਹੋਇਆ। ਦੂਜੇ ਨੰਬਰ ਸਨ ਸੀਨੀਅਰ ਲੋਕ, ਜਿਹੜੇ 2 4 ਜਾਂ 6 ਮਹੀਨੇ ਵਾਸਤੇ ਜਾਂਦੇ ਆ, ਕਈ ਥੋੜੇ ਟਾਈਮ ਵਾਸਤੇ ਵੀ ਜਾਂਦੇ ਆ, ਕੋਈ ਆਪਣਾ ਕੰਮਕਾਰ ਹੁੰਦਾ ਘਰਾਂ ਦਾ, ਆਰ ਨੇ, ਮੈਡੀਕੇਸ਼ਨ ਤੇ ਨੇ, ਉਹਨਾਂ ਨੂੰ ਜੋ ਕੰਪਲਿਕੇਸ਼ਨ ਉਹ ਕਾਫੀ ਔਖੇ ਸਨ। ਜਿਸ ਵੇਲੇ ਅਨਾਉਂਸਮੈਂਟ ਸਾਰੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਪੈਨਿਕ ਮਹਿਸੂਸ ਹੋਇਆ, ਤੇ ਇਹ ਫਿਰ ਕਿਉਂਕਿ ਮੈਂ ਇੱਥੋਂ ਜਾਣ ਵੇਲੇ ਹੀ ਕੈਨੇਡੀਅਨ ਗਵਰਨਮੈਂਟ ਨਾਲ ਰਜਿਸਟਰਡ ਹੋ ਗਿਆ ਸੀਗਾ, ਕੈਨੇਡੀਅਨ ਸਿਟੀਜ਼ਨ ਗੋਇੰਗ ਟੂ ਇੰਡੀਆ ਫॉर ਵਿਜ਼ਿਟ ਫॉर ਵਾਈਲ, ਤੋਂ ਰਜਿਸਟਰ ਹੋ ਜਾਣਾ ਚੰਗੀ ਗੱਲ ਹੈ। ਬਹੁਤ ਸਾਰੇ ਲੋਕ ਫਿਰ ਇੱਧਰੋਂ MPs ਦੀਆਂ ਜਾਂ ਹੋਰਾਂ ਦੀਆਂ ਇਨਫੋਰਮੇਸ਼ਨ ਆਉਣੀ ਸ਼ੁਰੂ ਹੋਈ ਕਿ ਜੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਇਸ ਥਾਂ ਤੇ ਰਜਿਸਟਰਡ ਕਰੋ। ਉਹ ਹਜ਼ਾਰਾਂ ਦੀ ਗਿਣਤੀ 'ਚ ਲੋਕ ਰਜਿਸਟਰਡ ਹੋਏ ਜਿਹੜੇ ਅਰਲੀਅਰ ਆਉਣਾ ਚਾਹੁੰਦੇ ਸਨ। ਬਹੁਤ ਸਾਰੇ ਇਹੋ ਜਿਹੇ ਸਨ ਜਿਹੜੇ ਕਹਿੰਦੇ ਸਨ ਆਪਣੇ ਘਰ ਬੈਠੇ ਆ, ਕੋਈ ਗੱਲ ਨਹੀਂ, 1-2 ਮਹੀਨੇ 'ਚ ਕੀ ਹੋਣਾ, ਮੁੜ ਜਾਵਾਂਗੇ, ਉਹ ਹੱਥ ਰੁਕੇ ਨੇ। ਜਦ ਮੈਨੂੰ ਲੱਗਿਆ ਰਜਿਸਟ੍ਰੇਸ਼ਨ, ਮੈਨੂੰ ਈਮੇਲ ਆਉਣੀ ਸ਼ੁਰੂ ਹੋ ਗਈਆਂ ਅੰਬੈਸੀ ਤੋਂ, ਜੇ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ, ਏਦਾਂ ਦਾ ਕਰੇ, ਇਹ ਫਲਾਈਟਾਂ ਨੇ। ਉਹ ਪਹਿਲੇ ਮੈਂ ਇਨਵੈਸਟੀਗੇਟ ਕੀਤਾ, ਵੀ ਮੈਨੂੰ ਔਖਾ ਲੱਗਿਆ ਬਈ ਪੰਜਾਬ ਤੋਂ ਹਰਿਆਣਾ ਤੋਂ ਦਿੱਲੀ ਜਾ ਕੇ, ਦਿੱਲੀੋਂ ਫਲਾਈਟ ਫੜਨੀ, ਔਰ ਉਹ ਫਲਾਈਟ ਸੀਗੀ ਏਅਰ ਇੰਡੀਆ, ਔਰ ਏਅਰ ਇੰਡੀਆ ਤੋਂ ਕਾਫੀ 13-14 ਘੰਟੇ ਬੈਠਣਾ ਲੰਡਨ। ਉਹਦੀਆਂ ਮੈਂ ਇਹਨੂੰ ਥੋੜਾ ਇਵੈਲੂਏਟ ਕੀਤਾ ਆਪਣੇ ਆਪ ਨੂੰ। ਅਸੀਂ ਦੋਨੋਂ ਦੋਸਤਾਂ ਨੇ ਵੀ ਆਪਣੇ ਵਾਸਤੇ ਫਿੱਟ ਨਹੀਂ, ਜੇ ਆਪਾਂ ਵੇਟ ਕਰ ਲਈਏ, ਹਲੇ ਇੰਤਜ਼ਾਰ ਕਰ ਲਈਏ, ਅਸੀਂ ਉਹ ਰਿਸਪੌਂਸ ਨਹੀਂ ਦਿੱਤਾ ਜੀ। ਜਦੋਂ ਰੌਲਾ ਪਿਆ ਵੀ ਇਹ ਫਲਾਈਟਾਂ 'ਚ ਬੜੀਆਂ ਡਿਫੀਕਲਟੀਜ਼ ਆ ਰਹੀਆਂ ਨੇ, ਪੰਜਾਬ ਬਾਰਡਰ ਲੰਘਦੇ ਆ, ਹਰਿਆਣੇ ਵਾਲੇ ਤੰਗ ਕਰਦੇ ਆ, ਹਰਿਆਣਾ ਬਾਰਡਰ 'ਚ ਫਸ ਗਏ, ਦਿੱਲੀ ਵਾਲੇ ਨਹੀਂ ਵੜਨ ਦਿੰਦੇ, ਔਰ ਬੜੀਆਂ ਮਤਲਬ ਅਨਸ਼ੋਰ, ਸਾਰੀ ਇਨਫੋਰਮੇਸ਼ਨ ਬੈਕ ਐਂਡ ਫੋਰਥ ਇੱਥੇ ਉੱਥੇ ਆਉਂਦੀ ਰਹੀ, ਇੱਥੇ ਵੀ ਆਉਂਦੀ ਰਹੀ। ਫਿਰ ਇਹਨਾਂ ਨੇ ਅਰੇਂਜਮੈਂਟ ਕੀਤਾ ਕਤਾਰ 에ਅਰਲਾਈਨ ਨਾਲ, ਕਿ ਉਹਨਾਂ ਕੋਲ ਫਲਾਈਟ ਸਨ ਓਨਲੀ ਮੌਂਟਰੀਅਲ ਤੱਕ ਆਉਣ ਦੇ। ਉਹ ਮੌਂਟਰੀਅਲ ਜਾ ਕੇ ਛੱਡ ਦਿੰਦੇ ਸਨ, ਮੌਂਟਰੀਅਲ ਤੋਂ ਵੈਨਕੂਵਰ ਕਿਸੇ ਆਉਣਾ, ਕੈਲਗਰੀ ਆਉਣਾ, ਐਡਮਿੰਟਨ ਆਉਣਾ, ਉਹ ਬੜੀਆਂ ਡਿਫੀਕਲਟੀਜ਼ ਆਉਣੀ ਸ਼ੁਰੂ ਹੋ ਗਈਆਂ, ਕੰਪਲੇਂਟਸ ਵਗੈਰਾ ਆਈਆਂ। ਫਿਰ ਉਦੋਂ ਬਾਅਦ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕੀਤੀ ਮੇਰਾ ਖਿਆਲ ਸਾਰਿਆਂ ਨੇ, 에ਅਰਲਾਈਨ ਦੇ ਨਾਲ, ਅੰਬੈਸੀ ਵਾਲਿਆਂ ਨਾਲ, ਇੰਡੀਅਨ ਗਵਰਨਮੈਂਟ ਦੇ ਨਾਲ। ਫਿਰ ਮੈਂ ਗਵਰਨਮੈਂਟ ਨੇ ਅਲਾਉ ਕੀਤਾ, ਠੀਕ ਹੈ ਤੁਸੀਂ ਲੈਂਡਿੰਗ ਰਾਈਟਸ ਤੁਹਾਨੂੰ ਵੈਨਕੂਵਰ ਦੇ ਤੇ ਟੋਰਾਂਟੋ ਦਿੰਦੇ ਆ, ਤੁਸੀਂ ਇੱਥੇ ਆਉਣਾ ਸ਼ੁਰੂ ਕਰੋ। ਤੇ ਜਦ ਉਹ ਪਤਾ ਲੱਗਾ ਕਿ 1 ਮਈ ਤੋਂ ਬਾਅਦ, 1 ਮਈ ਤੋਂ 8 ਤੱਕ ਤਕਰੀਬਨ 7-8 ਫਲਾਈਟਾਂ, ਇੱਕ ਦਿਨ ਵੈਨਕੂਵਰ, ਦੂਸਰੇ ਦਿਨ ਟੋਰਾਂਟੋ, ਇਹ ਸੈੱਟ ਹੋ ਗਈਆਂ ਨੇ। ਉਸ ਵੇਲੇ ਮੈਂ ਆਪਣਾ ਇੰਟਰਸਟ ਸ਼ੋਅ ਕੀਤਾ ਵੀ ਹੁਣ ਮੇਰਾ ਖਿਆਲ ਇਹ ਸਹੀ ਟਾਈਮ ਹੈ ਇੱਥੋਂ ਆਉਣ ਦਾ, ਕਿਉਂਕਿ ਉਸ ਤੋਂ ਬਾਅਦ ਲੋਕਡਾਊਨ ਵੀ ਵੱਧ ਗਈ। ਨਹੀਂ ਤੇ ਮੈਂ ਕਿਹਾ ਵੀ ਇਹ ਤੇ ਪਤਾ ਨਹੀਂ ਲੋਕਡਾਊਨ ਮਈ ਦੇ ਐਂਡ ਤੱਕ ਜਾਵੇ, ਜੂਨ 'ਚ ਜਾਵੇ, ਕਿੰਨਾ ਚਿਰ ਚੱਲੀ ਜਾਵੇ, ਗਰਮੀ ਵੱਧ ਰਹੀ ਹੈ ਔਰ ਮੱਛਰ ਹੋ ਰਿਹਾ। ਜੀ ਬਿਲਕੁਲ। ਉਸ ਵੇਲੇ ਫਿਰ ਮੈਂ ਇੰਟਰਸਟ ਸ਼ੋਅ ਕੀਤਾ, ਮੈਂ ਐਮਬੈਸੀ ਨੂੰ ਆਪਣੀ ਈਮੇਲ ਕੱਢੀ, ਆਪਣੀ ਸਿਚੁਏਸ਼ਨ ਕੰਡੀਸ਼ਨ ਦੱਸੀ, ਆਪਣਾ ਹੈਲਥ ਕੰਸਰਨ ਵੀ ਦੱਸਿਆ ਜੋ ਮੈਨੂੰ ਹੈ, ਤੇ ਉਹ ਭੇਜਣ ਤੋਂ ਬਾਅਦ ਫਿਰ ਮੈਨੂੰ ਤਕਰੀਬਨ 5-7 ਦਿਨ ਦੇ ਬਾਅਦ ਮੈਨੂੰ ਕਾਲ ਆਈ ਬੁਕਿੰਗ ਵਾਲੀ, ਜਿਹੜੀ ਬੁਕਿੰਗ ਸੀ ਨਾ ਉਹਨਾਂ ਦੀ ਕਾਲ ਆਈ। ਮੈਂ ਉਹਨਾਂ ਨੂੰ ਕਿਹਾ ਠੀਕ ਹੈ ਜੀ, ਮੈਨੂੰ ਜਿਹੜੀ ਅਰਲੀਐਸਟ ਮਿਲਦੀ ਹੈ ਬੁੱਕ ਕਰ ਦਿਓ। ਬੁਕਿੰਗ ਹੋ ਗਈ, ਤੇ ਉਸ ਤਰੀਕੇ ਨਾਲ ਮੈਂ 6 ਮਈ ਵਾਲੀ ਫਲਾਈਟ 6 ਨੂੰ ਇੰਡੀਆ ਚੱਲੀ ਸੀ ਅੰਮ੍ਰਿਤਸਰ ਤੋਂ, ਦੋਹਾ ਤੋਂ ਵੈਨਕੂਵਰ। ਉਹ 7 ਦੀ ਮਾਰਨਿੰਗ ਸਵੇਰੇ 3 ਵਜੇ ਤੜਕੇ ਆ ਜਾਂਦੀ ਹੈ। ਬਿਲਕੁਲ, ਜਿੱਦਾਂ ਤੁਸੀਂ ਮੈਨੂੰ ਦੱਸਿਆ ਕਿ ਜਲੰਧਰ ਦੇ ਵਿੱਚ ਸੀ, ਤੇ ਪਰ ਮੇਰੇ ਖਿਆਲ ਨਾਲ ਤੁਹਾਡਾ ਘਰ ਜਿਹੜਾ ਹੈਗਾ ਮੋਗਾ ਆ, ਸੋ ਜਲੰਧਰ ਤੋਂ ਮੋਗੇ ਫਿਰ ਤੁਸੀਂ ਕਿਵੇਂ ਪਹੁੰਚੇ? ਇਹ ਵੀ ਬੜੀ ਇੰਟਰਸਟਿੰਗ ਸਟੋਰੀ ਹੈ, ਕਿਉਂਕਿ ਤੁਸੀਂ ਬਾਹਰ, ਅਸੀਂ ਦੇ ਮਤਲਬ ਇੱਥੇ ਕਾਨੂੰਨ ਫਾਲੋ ਕਰਨ ਦੇ ਆਦੀ ਹਾਂ, ਲੇਕਿਨ ਉੱਥੋਂ ਦੇ ਲੋਕ ਸਕੂਟਰ ਕਾਰਾਂ ਤੇ ਇੱਧਰ ਤੁਰੇ ਫਿਰਦੇ ਸਨ, ਲੋਕਲ ਪੁਲਿਸ ਨੂੰ ਵੀ ਜਾਣਦੇ ਸਨ, ਉਹ ਕਾਨੂੰਨ ਤੋੜ ਵੀ ਲੈਂਦੇ ਸਨ, ਗਲੀਆਂ 'ਚ ਤੁਰੇ ਫਿਰਦੇ। ਅਸੀਂ ਹੈਰਾਨ ਸੀ, ਅਸੀਂ ਕੁਝ ਨਹੀਂ ਕਰ ਸਕਦੇ ਸੀ। ਸੋ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਦੋਸਤਾਂ ਤੋਂ ਜਿਹੜੇ ਮੇਰੇ ਨਾਲ ਸੰਪਰਕ ਵਿੱਚ ਨੇ ਇੰਡੀਆ ਵਿੱਚ, ਤੇ ਮੈਂ ਇੱਕ
ਉਹਨਾਂ ਮੈਨੂੰ ਕਿਹਾ ਵੀ ਤੁਸੀਂ ਆਨਲਾਈਨ ਜਾ ਕੇ ਡੀਸੀ ਦੇ ਅਪਲਾਈ ਕਰ ਸਕਦੇ ਹੋ ਜਾਣ ਵਾਸਤੇ, ਤੇ ਉਹ ਪਹਿਲੀ ਟਰਾਈ ਕੀਤਾ, ਉਹਨਾਂ ਨੇ ਜੀ ਰਿਫਿਊਜ਼ ਕਰ ਦਿੱਤਾ। ਫਿਰ ਮੈਂ ਇਹ ਕੰਮ ਨਹੀਂ ਬਣਦਾ, ਤੁਹਾਨੂੰ ਕਿਸੇ ਨੇ ਯੂ ਹੈਵ ਟੂ ਨੋ ਸਮਬਡੀ ਬਿਗ ਸਮਵੇਅਰ। ਫਿਰ ਕੈਨੇਡਾ ਵਿੱਚ ਮੇਰੇ ਕੁਝ ਦੋਸਤ ਸਨ, ਉਹਨਾਂ ਦੇ ਮਤਲਬ ਹਾਇਰ ਅਪ ਕਿਸੇ ਪੁਲਿਸ ਡਿਪਾਰਟਮੈਂਟ 'ਚ ਹਾਈ ਲੈਵਲ ਦੇ ਬੰਦੇ ਸਨ, ਉਹਨਾਂ ਨਾਲ ਕੈਨੇਡਾ ਗੱਲ ਹੋਈ, ਉਹਨਾਂ ਨੇ ਇੰਡੀਆ ਗੱਲ ਕੀਤੀ, ਫਿਰ ਮੇਰੀ ਉਹਨਾਂ ਨਾਲ ਗੱਲ ਕਰਵਾਈ, ਫਿਰ ਉਹਨਾਂ ਨੇ ਮੇਰਾ ਅਪਲਾਈ ਕਰਕੇ ਮੈਨੂੰ ਪਾਸ ਬਣਾ ਕੇ ਦਿੱਤਾ। ਇਟ ਵਾਸ ਵੈਰੀ ਡਿਫਿਕਲਟ, 3-4 ਦਿਨ ਲੱਗ ਗਏ, ਪਰ ਮੈਂ ਉਹ ਧੰਨਵਾਦੀ ਹਾਂ, ਕਿਉਂਕਿ ਜਦ ਤੁਹਾਡੇ ਕਨੈਕਸ਼ਨ ਹੁੰਦੇ ਨੇ ਹਿੰਦੁਸਤਾਨ 'ਚ, ਜੇ ਤੁਹਾਡੇ ਕਨੈਕਸ਼ਨ ਨਹੀਂ, ਜੇ ਤੁਹਾਡੇ ਕੋਲ ਪੈਸਾ ਨਹੀਂ, ਜੇ ਤੁਹਾਡੇ ਕੋਲ ਪਾਵਰ ਨਹੀਂ, ਤਾਂ ਉੱਥੇ ਲਾਈਫ ਬਹੁਤ ਹੀ ਭੈੜੀ ਆ। ਆਮ ਸੌਰੀ ਟੂ ਸੇ ਦੈਟ, ਬੜੇ ਲੋਕਾਂ ਨੂੰ ਇਹ ਗੱਲ ਮਾੜੀ ਲੱਗੇਗੀ ਮੀਡੀਆ ਉੱਪਰ, ਪਰ ਇਹ ਸੱਚ ਆ, ਕਿਉਂਕਿ ਉਹ ਇਸ ਤਰ੍ਹਾਂ ਨਰਕ ਵਰਗੀ ਜ਼ਿੰਦਗੀ ਲੱਗਦੀ ਸੀ। ਉਹਦੇ 'ਚ ਕਹਦਾ ਵੀ ਹੁਣ ਕਿਹੜਾ ਇਹੋ ਜਿਹਾ ਮੈਥਡ ਹੋਵੇ ਤਾਂ ਉੱਡ ਜੀਏ। ਚਲੋ ਜੀ, ਮੈਨੂੰ ਪਾਸ ਮਿਲਿਆ। ਉਹ ਪਾਸ ਲੈਣ ਤੋਂ ਬਾਅਦ 21 ਦਿਨਾਂ ਬਾਅਦ ਮੈਂ ਉੱਥੋਂ ਆਪਣੀ ਕਾਰ ਲੈ ਕੇ ਮੋਗੇ ਪਹੁੰਚ ਗਿਆ। ਸੋ ਆਪਣੇ ਰਿਸ਼ਤੇਦਾਰਾਂ 'ਚ ਚਲਾ ਗਿਆ, ਆਪਣੇ ਰਿਸ਼ਤੇਦਾਰਾਂ 'ਚ ਮਤਲਬ ਬੈਠਣਾ ਉੱਠਣਾ ਖਾਣਾ ਪੀਣਾ ਸੌਖਾ ਹੋ ਗਿਆ ਮੈਨੂੰ ਥੋੜਾ ਜਿਹਾ। ਮੇਰੇ ਮਤਲਬ ਕਜ਼ਨ ਸਿਸਟਰ ਤੇ ਕਜ਼ਨ ਬ੍ਰਦਰ ਤੇ ਉਹਨਾਂ ਦੇ ਬੱਚੇ ਨੇ। ਚਲੋ ਉੱਥੇ ਮੈਨੂੰ ਡਿਫੀਕਲਟੀ ਤੇ ਮਹਿਸੂਸ ਨਹੀਂ ਹੋਈ ਖਾਣੇ ਦੀ, ਘਰ ਰਹਿਣ ਦੀ, ਕਿਸੇ ਹੋਰ ਦੀ, ਲੇਕਿਨ ਇੱਕ ਡਿਫੀਕਲਟੀ ਸੀ, ਉਹ ਸੀ ਕਿ ਗਰਮੀ ਦੇ ਨਾਲ ਮੱਛਰ, ਔਰ ਤੀਸਰਾ ਬਿਜਲੀ ਚਲੇ ਜਾਣਾ। ਉਹ ਕੰਡੀਸ਼ਨਾਂ ਫਿਰ ਤੋਂ ਆਪਾਂ ਨੂੰ ਦੁਖੀ ਕਰਦੀਆਂ ਨੇ, ਆਪਾਂ ਆਦੀ ਨੇ ਕੈਨੇਡੀਅਨ ਲੋਕ ਇੱਥੇ ਰਹਿਣ ਵਾਲੇ। ਤੇ ਫਿਰ ਮੈਨੂੰ ਇਹ ਫਲਾਈਟ ਮਿਲੀ, ਮੈਂ ਫਟਾਫਟ ਅਪਲਾਈ ਕਰ ਦਿੱਤਾ, ਤੇ ਮੈਂ ਰੱਬ ਦਾ ਸ਼ੁਕਰ ਕੀਤਾ ਕਿ ਚਲੋ ਮੈਨੂੰ ਫਲਾਈਟ ਮਿਲ ਰਹੀ ਆ। ਉਸ ਤੋਂ ਬਾਅਦ ਫਿਰ ਮੋਗੇ ਤੋਂ ਅੰਮ੍ਰਿਤਸਰ ਜਾਣ ਦਾ ਮੈਨੂੰ ਫਿਰ ਇਸ ਤਰੀਕੇ ਨਾਲ ਹੀ ਉਸ ਡਰਾਈਵਰ ਨੂੰ, ਜਿਸਨੇ ਮੇਰੇ ਰਿਲੇਟਿਵ ਨੇ, ਮੇਰੇ ਕਜ਼ਨ ਨੇ, ਸੌਰੀ ਨੈਫਿਊ ਨੇ ਛੱਡਣ ਆਉਣਾ ਸੀਗਾ, ਉਸ ਦਾ ਇਲੈਕਟ੍ਰੋਨਿਕ ਪਾਸ ਆਨਲਾਈਨ ਅਪਲਾਈ ਕਰਨਾ ਪਿਆ ਵੀ ਇਹਨੇ ਮੈਨੂੰ ਛੱਡਣ ਜਾਣਾ, ਮੈਨੂੰ ਵਾਪਸ ਆਉਣਾ, ਇਹ ਮੇਰਾ ਟਿਕਟ ਦਾ ਨੰਬਰ ਆ, ਇਹ ਮੇਰੀ ਡੇਟ ਆ, ਇਹ ਮੇਰਾ ਪਾਸਪੋਰਟ ਨੰਬਰ ਆ, ਇਹ ਮੇਰਾ ਜੋ ਵੀ ਮੇਰੀ ਇਨਫੋਰਮੇਸ਼ਨ ਆ ਉਹਦੀ ਪਿਕਚਰ ਦੇ ਨਾਲ ਅਟੈਚ ਕਰਕੇ ਉਹਨੂੰ ਈ ਪਾਸ ਲੈ ਕੇ ਦਿੱਤਾ। ਤੇ ਫਿਰ ਉਹ ਮੈਨੂੰ ਮਤਲਬ ਜਾਣ ਵਾਸਤੇ ਤੇ ਵਾਪਸ ਆਉਣ ਵਾਸਤੇ ਉਹਨੂੰ ਪਰਮਿਸ਼ਨ ਸੀ। ਉਹ ਮੈਨੂੰ ਛੱਡ ਕੇ ਅੰਮ੍ਰਿਤਸਰ ਏਅਰਪੋਰਟ ਤੇ ਗਿਆ, ਚੜਾ ਕੇ ਗਿਆ, ਦੈਨ ਉਹ ਵਾਪਸ ਆਇਆ। ਤੇ ਫਿਰ ਮੈਂ ਉਹ ਕਾਫੀ ਜਿਹੜੇ ਪ੍ਰੋਸੈਸ ਸੀਗੇ ਪੇਨਫੁਲ, ਦੁੱਖ ਦੇਣ ਵਾਲੇ, ਤਕਲੀਫ ਦੇਣ ਵਾਲੇ, ਔਰ ਕੀ ਕਹੀਏ ਹੁਣ ਆ ਗਏ ਆ, ਹੁਣ ਇਹ ਲੱਗਦਾ ਵੀ ਜਿਵੇਂ ਆਜ਼ਾਦ ਹੋ ਗਏ, ਜੇਲ੍ਹ ਚ ਆਏ ਆ। 21 ਤੇ 42 ਦਿਨ ਤਕਰੀਬਨ ਕਹਿ ਲਓ, ਤੇ ਹੁਣ 14 ਦਿਨ ਕੈਨੇਡਾ ਘਰੇ ਬੈਠੇ, ਇਹ ਜੇਲ੍ਹ ਨਹੀਂ ਲੱਗਦੀ, ਇਹ ਫਰੀਡਮ ਹੀ ਲੱਗਦੀ। 14 ਦਿਨ ਦੇ ਲਈ ਹੁਣ ਤੁਸੀਂ ਕੁਆਰੰਟਾਈਨ ਦੇ ਵਿੱਚ ਹੈ, ਪਰ ਜਦੋਂ ਹੁਣ ਤੁਸੀਂ ਮੋਗਾ ਤੋਂ ਅੰਮ੍ਰਿਤਸਰ ਜਾਣਾ ਸੀ, ਸੋ ਕਟਰ 에ਅਰਲਾਈਨ, ਜੇ ਮੈਂ ਰੋਂਗ ਨਹੀਂ ਤਾਂ 5481 ਫਲਾਈਟ ਨੰਬਰ ਸੀਗੀ ਜਿਹਦੇ ਵਿੱਚ ਤੁਸੀਂ ਆਏ ਹੈਗੇ ਆ। ਸੋ ਉੱਥੇ ਅੰਮ੍ਰਿਤਸਰ ਦੇ 에ਅਰਪੋਰਟ ਦੇ ਉੱਤੇ ਕਿੱਦਾਂ ਦੀਆਂ ਸੁਵਿਧਾਵਾਂ ਸੀਗੀਆਂ? ਉੱਥੇ ਸਭ ਆਉਣ ਨੂੰ ਕੀ ਕੁਝ ਕਰਨਾ ਪਿਆ? ਉੱਥੇ ਜਿਹੜਾ ਸੋਸ਼ਲ ਡਿਸਟੈਂਸ ਸੀ ਉਹ ਫੋਲੋ ਕੀਤਾ ਜਾ ਰਿਹਾ ਸੀ? ਉੱਥੇ ਕਹਿ ਰਹੇ ਸੀ ਕਿ ਪਹਿਲਾਂ ਅਸੀਂ ਜੇ ਇੱਕ ਨਾਲ ਗੱਲ ਕੀਤੀ ਸੀ ਕਿਸੇ ਨਰਸ ਦੇ ਨਾਲ ਜਿਹੜੇ ਆਏ ਸੀਗੇ ਇੰਡੀਆ ਤੋਂ ਕੈਨੇਡਾ, ਤਾਂ ਉਹ ਰਹੇ ਸੀ ਕਿ 에ਅਰਪੋਰਟ ਦੇ ਉੱਤੇ ਬਹੁਤ ਵਧੀਆ ਜਿਹੜਾ ਇੰਤਜ਼ਾਮ ਕੀਤਾ ਗਿਆ ਆ। ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਅੰਮ੍ਰਿਤਸਰ 에ਅਰਪੋਰਟ ਦਾ? ਇੱਕ 50-50 ਕਵਾਂ, ਕੁਝ ਗੱਲਾਂ ਅੱਛੀਆਂ ਵੀ ਨੇ, ਕੁਝ ਗੱਲਾਂ ਨਹੀਂ ਵੀ ਅੱਛੀਆਂ। ਉਹਦੇ ਵਿੱਚ ਕਈ ਦਫਾ ਇਹ ਹੁੰਦਾ ਕਿ 에ਅਰਪੋਰਟ ਵਾਲਿਆਂ ਦਾ ਕਸੂਰ ਵੀ ਹੁੰਦਾ, ਤੇ ਲੇਕਿਨ ਪਬਲਿਕ ਦਾ ਕਸੂਰ ਵੀ ਹੁੰਦਾ। ਉੱਥੇ ਤਕਰੀਬਨ 6 ਘੰਟੇ ਪਹਿਲਾਂ ਫਲਾਈਟ ਉੱਡਣ ਤੋਂ 6 ਘੰਟੇ ਪਹਿਲਾਂ ਸੱਦ ਰਹੇ ਸਨ, ਜਿਵੇਂ 2 ਵਜੇ ਆ ਜਾਓ, 8 ਵਜੇ ਫਲਾਈਟ ਹੈ। ਮੈਂ ਤਕਰੀਬਨ 1:45 ਪਹੁੰਚ ਗਿਆ ਸੀਗਾ ਆਪਣੇ। ਜਦੋਂ ਅਸੀਂ ਜਾ ਕੇ ਦੇਖਿਆ ਕਿ ਮੇਰੇ ਅੱਗੇ 40-50 ਲੋਕ ਲੱਗੇ ਨੇ, ਲਾਈਨ ਆਲਰੇਡੀ ਲੱਗੀ ਹੋਈ ਹੈ, 45ਵੇਂ ਜਾਂ 50ਵੇਂ ਨੰਬਰ ਤੇ ਹੋਵਾਂਗਾ, ਤੇ ਮੈਂ ਉੱਥੇ, ਮੈਨੂੰ ਖੜੇ ਨੂੰ 15-20 ਮਿੰਟ ਹੀ ਹੋਏ ਆ, ਇੱਕਦਮ ਉਹਨੇ ਲੋਕੀ ਪਿੱਛੇ ਹੋਰ ਆ ਗਏ। ਅਗਲੇ 15 ਉਹਨੇ ਲੋਕੀ, 150-200 ਬੰਦਾ ਤਕਰੀਬਨ ਉੱਥੇ 2 ਵਜੇ ਤੱਕ ਜਮਾ ਹੋ ਗਿਆ ਸੀਗਾ। ਔਰ ਉਸ ਕੋਈ ਵੀ ਸੋਸ਼ਲ ਡਿਸਟੈਂਸ ਫਾਲੋ ਨਹੀਂ ਕਰ ਰਿਹਾ ਸੀ, ਜਿਵੇਂ ਇੱਕ ਦੂਜੇ ਦੇ ਮਗਰ 1 ਫੁੱਟ ਦੇ ਨਾਲ ਹੀ ਖੜੇ ਨੇ। ਔਰ ਜਿਹੜੇ ਥੋੜੇ ਜਿਹੇ ਸੁਲਝੇ ਹੋਏ ਸਮਝਦਾਰ ਜਿਸ ਨਾਲ ਉਹ ਕੋਸ਼ਿਸ਼ ਕਰਦੇ ਹਨ, ਉਹਨੂੰ ਕੀ ਕਰਨ, ਜੇ ਮੂਹਰਲੇ ਬੰਦੇ ਤੁਸੀਂ ਪਿੱਛੇ ਖੜ ਗਏ ਹੋ 5-6 ਫੁੱਟ, ਤੁਹਾਡੇ ਪਿਛਲੇ ਫਿਰ ਤੁਹਾਡੇ ਨੇੜੇ ਖੜੇ ਨੇ, ਤੁਸੀਂ ਉਹਨਾਂ ਨੂੰ ਕਿੱਦਾਂ ਕਰ ਸਕਦੇ ਹੋ? ਐਡਜਸਟ ਕਰਕੇ ਖੜੇ ਰਹੇ ਲੋਕੀ ਔਖੇ ਸੌਖੇ। ਚਲੋ ਉਹਨਾਂ ਨੇ ਸੱਦਿਆ ਵੀ 2 ਵਜੇ 에ਅਰਪੋਰਟ ਖੁੱਲੇਗਾ। 에ਅਰਪੋਰਟ ਤਕਰੀਬਨ 2:45 ਵਜੇ 2:45 ਤੇ ਉਹਨਾਂ ਨੇ ਲਾਈਨ ਮੂਵ ਕਰਨੀ ਸ਼ੁਰੂ ਕੀਤੀ। ਜਦ ਅਸੀਂ 에ਅਰਪੋਰਟ ਵੱਲ ਨੂੰ ਜਾਣਾ, ਐਂਟਰੀ ਕਰਨੀ ਸ਼ੁਰੂ ਕਰ ਦਿੱਤੀ, ਤੇ ਫਿਰ ਉਹਨਾਂ ਦੀ ਕੋਈ ਤਕਰੀਬਨ 30-40 ਫੁੱਟ ਦੀ ਇੱਕ ਲਾਈਨ ਬਣਾਈ ਸੀ, ਜਿੱਥੇ 6-6 ਫੁੱਟ ਦੇ ਥੱਲੇ ਨਿਸ਼ਾਨ ਲਾਏ ਸਨ। ਉੱਥੋਂ ਉਹਨੂੰ ਏਦਾਂ ਕੱਢ ਰਹੇ ਸਨ। ਤਾਂ ਮੈਂ ਮਨ 'ਚ ਸੋਚਿਆ ਵੀ ਇੱਥੋਂ ਤੁਸੀਂ ਸਹੀ ਕੱਢ ਰਹੇ ਹੋ, ਵੱਟ ਅਬਾਊਟ ਜਿਹੜਾ ਪਿੱਛੇ 1.5 ਘੰਟਾ ਜਾਂ ਘੰਟਾ ਲੋਕ ਇੱਕ ਲਾਈਨ 'ਚ ਇੱਕ ਦੂਜੇ ਨੇੜੇ ਖੜੇ ਰਹੇ ਆ, ਉਹ ਤੁਹਾਡੀ ਸੋਸ਼ਲ ਡਿਸਟੈਂਸਿੰਗ ਕਿੱਥੇ ਗਈ? ਚਲੋ ਖੈਰ, ਸ਼ਿਕਾਇਤ ਆਪਾਂ ਨਹੀਂ ਕਰ ਸਕਦੇ, ਸਿਚੁਏਸ਼ਨ ਸੀ। ਐਂਟਰੀ ਵੇਲੇ 6-6 ਫੁੱਟ ਦੇ ਫਾਸਲੇ ਉੱਤੇ ਕੱਲੇ ਬੰਦੇ ਨੂੰ ਚੈਕਿੰਗ ਕਰਕੇ ਅੰਦਰ ਇੰਟਰ ਹੁੰਦੇ ਗਏ। ਉਸੇ ਤਰੀਕੇ ਨਾਲ ਗਾਂ ਫਿਰ ਹੈਲਥ ਚੈੱਕ ਵਾਲੇ ਆਪਣਾ ਟੈਂਪਰੇਚਰ ਚੈੱਕ ਕਰਦੇ ਰਹੇ, ਫਾਰਮ ਵਗੈਰਾ ਭਰ ਕੇ ਉਹਨੂੰ ਦਿੰਦੇ ਰਹੇ, ਉਹ ਵੀ ਠੀਕ ਸੀ। ਉਸ ਤੋਂ ਗਾਂ ਜਾ ਕੇ ਫਿਰ ਤੁਹਾਡੀ ਸਕੈਨਿੰਗ ਹੁੰਦੀ ਹੈ ਜਾਂ ਲੰਘਈ ਦੀ, ਉੱਥੇ ਫਿਰ ਥੋੜੀ ਜਿਹੀ ਡਿਸਟੈਂਸਿੰਗ ਦਾ ਇਸ਼ੂ,
ਉੱਥੋਂ ਐਡਜਸਟ ਕਰਕੇ ਫਿਰ ਜਿੱਥੇ ਜਮ੍ਹਾਂ ਕਰਨਾ ਸੀਗਾ ਲਗੇਜ 에ਅਰਲਾਈਨ ਨੇ, ਉੱਥੇ ਐਡਜਸਟਮੈਂਟ ਸੀਗੀ ਉਹਨਾਂ ਦੀ ਕੀਤੀ ਹੋਈ, ਉਹ ਤਕਰੀਬਨ ਕੰਟਰੋਲ ਕਰ ਰਹੇ ਸਨ। 에ਅਰਲਾਈਨ ਨੇ ਵਧੀਆ ਕੰਮ ਕੀਤਾ, ਉਹਨਾਂ ਦੇ ਬਹੁਤ ਸਾਰੇ ਵਰਕਰ ਹਾਇਰ ਕੀਤੇ ਸੀ ਜਿਹੜੇ ਥਾਂ ਥਾਂ ਦੇ ਉੱਤੇ ਹੈਲਪ ਕਰ ਰਹੇ ਸਨ, ਵੀਲ ਚੇਅਰ ਵਾਲਿਆਂ ਦੀ, ਸੀਨੀਅਰਸ ਦੀ, ਸੋਸ਼ਲ ਡਿਸਟੈਂਸਿੰਗ ਰੱਖਣ ਵਾਸਤੇ, ਸਮਾਨ ਚੁੱਕਣ ਵਾਸਤੇ, ਸਮਾਨ ਲਦਾਉਣ ਵਾਸਤੇ, ਸਮਾਨ ਚੈੱਕ ਇਨ ਕਰਵਾਉਣ ਵਾਸਤੇ। ਦੇ ਆਰ ਵੈਰੀ ਹੈਲਪਫੁਲ। ਕਤਰ 에ਅਰਲਾਈਨ ਜਿੰਨੇ ਮਤਲਬ ਉਹਨਾਂ ਨਾਲ ਕਿਸੇ ਨੂੰ ਗਾਂ ਉਹਨਾਂ ਨੇ ਕਿਸੇ ਹੋਰ 에ਅਰਲਾਈਨ ਨਾਲ ਗੱਲ ਕੀਤੀ ਸੀ, ਉਹਨਾਂ ਦੇ ਘੱਟੋ ਘੱਟ ਮੇਰਾ ਖਿਆਲ ਉੱਥੇ 40-50 ਵਰਕਰ ਹੋਣਗੇ, ਯੰਗ ਮੁੰਡੇ। ਔਰ ਉਹਨਾਂ ਦਾ ਵਧੀਆ ਕੰਮ ਸੀ, ਹੈਲਥ ਵਾਲਿਆਂ ਦਾ ਵਧੀਆ ਕੰਮ ਸੀ। ਪੁਲਿਸ ਡਿਪਾਰਟਮੈਂਟ ਜਿਹੜਾ ਕਿ ਸ਼ਾਇਦ ਸੈਂਟਰਲ ਰਿਜ਼ਰਵ ਪੁਲਿਸ ਬਣੀ ਹੋਣੀ ਆ, ਤੇ ਉਹਨਾਂ ਦਾ ਵੀ ਐਂਟਰੀ ਵੇਲੇ ਵਧੀਆ ਕੰਮ ਸੀਗਾ। ਲੇਕਿਨ 에ਅਰਪੋਰਟ ਤੋਂ ਬਾਹਰ ਜੋ ਸੀ ਉੱਥੇ ਕਿਸੇ ਨੇ ਕੁਝ ਨਹੀਂ ਕੀਤਾ। ਐਂਟਰੀ ਹੋ ਗਈ, ਫਿਰ ਉਦੋਂ ਬਾਅਦ ਤੁਹਾਡੀ ਸਿਕਿਉਰਿਟੀ ਚੈੱਕ ਵਗੈਰਾ, ਉੱਥੇ ਵੀ ਸੋਸ਼ਲ ਡਿਸਟੈਂਸਿੰਗ ਦਾ ਪੁਲਿਸ ਵਾਲੇ ਤੇ ਉਹ ਡਿਪਾਰਟਮੈਂਟ ਵਾਲੇ ਤੇ ਇਮੀਗ੍ਰੇਸ਼ਨ ਵਾਲੇ ਖਿਆਲ ਰੱਖਦੇ ਸਨ। ਉਹ ਵੀ ਹੋ ਗਿਆ, ਫਾਈਨਲ ਹੋ ਗਿਆ। ਉਸ ਤੋਂ ਬਾਅਦ ਤੁਸੀਂ ਫ੍ਰੀ ਹੋ ਗਏ, ਹੁਣ ਜਾ ਕੇ ਆਪਣਾ ਬੈਠੋ ਜੀ। ਜਦੋਂ ਹਾਲ 'ਚ ਤੁਸੀਂ ਬੈਠਦੇ ਹੋ, ਉੱਥੇ ਫਿਰ ਉਹੀ ਗੱਲ ਆਪਣੇ ਲੋਕਾਂ ਦੀ, ਜਿਹੜੇ ਤਾਂ ਕੋਈ ਸਮਝਦੇ ਨੇ ਉਹ ਆਪਣਾ ਟਰਾਈ ਕਰਦੇ ਨੇ ਪਾਸੇ ਬੈਠੋ, ਫਰਕ ਰੱਖੋ। ਜੇ ਮੈਂ ਤੇ ਮੇਰਾ ਦੋਸਤ ਜਿਵੇਂ ਉਹ ਵੀ ਨਾਲ ਹੀ ਸੀ ਮੇਰੇ, ਅਸੀਂ ਤਕਰੀਬਨ ਆਰਾਮ ਨਾਲ ਇੱਕ ਸਾਈਡ ਤੇ ਜਾ ਕੇ ਬਹਿ ਗਏ। ਅਸੀਂ ਇੱਕ ਦੂਜੇ ਤੋਂ ਤਕਰੀਬਨ 6-7 ਫੁੱਟ ਦੂਰ ਕੁਰਸੀਆਂ ਤੇ ਬੈਠੇ ਗੱਲਾਂ ਕਰ ਰਹੇ ਹਾਂ। ਕੋਈ ਹੋਰ ਆ ਗਏ, ਉਹ ਵੀ ਏਦਾਂ ਬੈਠ ਗਏ। ਲੇਕਿਨ ਦੂਜੀਆਂ ਥਾਵਾਂ ਜਿੱਥੇ ਕਰਾਊਡ ਸੀ, ਸੀਟਾਂ ਲੱਗੀਆਂ ਸਨ, ਉੱਥੇ ਸਾਈਡ ਬਾਏ ਸਾਈਡ ਉਹੀ ਹਾਲ। ਇਹ ਇੰਡੀਵਿਜੂਅਲ ਬੰਦਿਆਂ ਤੇ ਡਿਪੈਂਡ ਕਰਦਾ ਬਿਲਕੁਲ। ਪ੍ਰਸ਼ਾਸਨ ਜਿੱਥੋਂ ਤੱਕ ਹੋ ਸਕੇ ਉੱਥੋਂ ਤੱਕ ਕੰਮ ਕਰ ਰਿਹਾ ਹੈਗਾ ਆ, ਪਰ ਇੰਡੀਵਿਜੂਅਲ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ। ਸੋ ਮਿਸਟਰ ਰਖੜਾ, ਬ੍ਰੇਕ ਲਾ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਗੱਲਬਾਤ ਕਰਾਂਗੇ ਦੋਹਾ 에ਅਰਲਾਈਨ ਦਾ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਸੀਗਾ। ਸੋ ਰੁਕਦੇ ਆ ਕਮਰਸ਼ੀਅਲ ਬ੍ਰੇਕ ਦੇ ਲਈ। ਵੈਲਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ। ਗੱਲਬਾਤ ਹੋ ਰਹੀ ਹੈ ਮਿਸਟਰ BK ਰਖੜਾ ਦੇ ਨਾਲ, ਜਿਹੜੇ ਕਿ ਐਕਟਰ ਨੇ ਤੇ ਹੁਣ ਪੰਜਾਬ ਤੋਂ ਵਾਪਸ ਆਏ ਨੇ, ਕੁਆਰੰਟਾਈਨ ਦੇ ਉੱਤੇ ਨੇ। ਉਹਨਾਂ ਨੇ ਦੱਸਿਆ ਕਿ ਕੀ ਗਰਾਊਂਡ ਰਿਐਲਿਟੀ ਹੈਗੀ ਹੈ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਜਦੋਂ ਉਹ ਕੈਨੇਡਾ ਦੇ ਲਈ ਵਾਪਸ ਆ ਰਹੇ ਸੀ। ਤੇ ਹੁਣ ਜੇ ਅਸੀਂ ਇਹਨਾਂ ਨੂੰ ਦੁਬਾਰਾ ਪੁੱਛੀਏ ਕਿ ਜਦੋਂ ਉਹ ਵਾਪਸ ਆ ਰਹੇ ਸੀ ਤਾਂ ਦੋਹਾ 에ਅਰਲਾਈਨ ਦੇ ਉੱਤੇ, ਕਤਰ 에ਅਰਲਾਈਨ ਦੇ ਆਏ ਆ ਤੇ ਉਹ ਦੋਹਾ ਉਹਨਾਂ ਦੀ ਸਟੇ ਸੀਗੀ। ਸੋ ਦੋਹਾ ਤੱਕ ਤੇ ਉਸ ਤੋਂ ਬਾਅਦ ਵੈਨਕੂਵਰ ਤੱਕ ਦਾ ਸਫ਼ਰ ਕਿੱਦਾਂ ਰਿਹਾ, 에ਅਰਲਾਈਨ ਦੀ ਸਰਵਿਸ ਕਿੱਦਾਂ ਸੀ, ਉੱਥੇ ਸੋਸ਼ਲ ਡਿਸਟੈਂਸ ਰੱਖਿਆ ਗਿਆ ਸੀ, ਨਹੀਂ ਰੱਖਿਆ ਗਿਆ ਸੀ, ਕਿੰਨੀ ਕੁ ਪੈਕ ਸੀ 에ਅਰਲਾਈਨ, ਉੱਥੇ ਸਟਾਫ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਸੀ? ਹਾਂਜੀ, ਆਪਣਾ ਜਿਸ ਤੋਂ ਪਹਿਲਾਂ ਕਿ ਪਲੇਨ ਜਦੋਂ 7 ਵਜੇ ਆਂਦਾ, ਲੈਂਡ ਕਰਦਾ, ਪਿਕਅਪ ਕਰਨ ਵਾਲੇ ਸਾਰੇ ਲੋਕਾਂ ਨੂੰ, ਅਸੀਂ ਤਕਰੀਬਨ 3 ਘੰਟੇ ਹਾਲ 'ਚ ਵੇਟ ਕਰਦੇ ਰਹੇ। ਮੈਂ ਸਮਝ ਨਹੀਂ ਸਕਿਆ ਵੀ 6 ਘੰਟੇ ਪਹਿਲਾਂ ਕਿਉਂ ਸੱਦਦੇ ਹੋ ਲੋਕਾਂ ਨੂੰ। ਪਹਿਲੇ ਤਾਂ ਬਾਹਰ ਖੜੇ ਰਹਿੰਦੇ ਨੇ, 2 ਘੰਟੇ 2.5 ਘੰਟੇ ਸਾਰਾ ਕੁਝ ਹੋ ਕੇ ਲੋਕ ਬਹਿ ਜਾਂਦੇ ਨੇ ਅੰਦਰ ਆ ਕੇ ਆਲਮੋਸਟ। तो फिर मैं तकरीबन 3 घंटे बैठा रहा अपने वेटिंग हॉल दे विच। दूसरी गल कि एयरपोर्ट दे उत्ते एयर कंडीशनिंग प्रॉपर चल नहीं रही। एक खास एरिया दे विच चल रही सी, उत्थे उन्हां दा कॉफी शॉप सी, कुछ फूड स्टॉल सीगा, जे लोकां ने कुछ लैना ते लै लो। ਉਹਦੇ ਆਲੇ ਦੁਆਲੇ ਸਿਰਫ ਕੋਈ 20 ਸਕੁਅਰ ਫੁੱਟ ਦੇ ਏਰੀਆ 'ਚ AC ਚੱਲ ਰਹੀ ਸੀ। ਜਦ ਮੈਂ ਮਹਿਸੂਸ ਕੀਤਾ ਕਿ ਇੱਥੇ ਹਵਾ ਠੀਕ ਹੈ, ਮੈਂ ਉੱਥੇ ਕੁਰਸੀ ਰੱਖ ਕੇ ਆਰਾਮ ਨਾਲ ਮੈਂ ਤੇ ਮੇਰਾ ਦੋਸਤ ਬੈਠ ਗਏ। ਸਾਡੇ ਆਲੇ ਦੁਆਲੇ ਉਹ ਐਕਚੁਅਲੀ ਉਹਨਾਂ ਨੇ ਏਰੀਆ ਬਣਾਇਆ ਸੀਗਾ ਕੁਰਸੀਆਂ ਦਾ, ਜਿਹੜੇ ਲੋਕ ਸਾਡੇ ਤੋਂ ਕੋਈ ਫੂਡ ਲੈ ਕੇ ਖਾਂਦੇ ਨੇ ਉਹ ਇੱਥੇ ਬੈਠ ਸਕਣ ਤੇ ਉੱਥੇ ਠੰਡੀ ਹਵਾ। ਬਾਕੀ ਸਾਰੇ ਏਰੀਆ ਦੇ ਵਿੱਚ ਬੜਾ ਲੋ ਕਿਸਮ ਦਾ AC ਚੱਲ ਰਿਹਾ ਸੀ, ਜਿਹਨੂੰ ਤੁਹਾਨੂੰ ਮਹਿਸੂਸ ਨਹੀਂ ਹੋ ਰਿਹਾ ਸੀ AC ਚੱਲ ਰਿਹਾ ਜਾਂ ਨਹੀਂ। ਇਹ ਬੜੀ ਕੰਪਲੇਂਟ ਸੀ ਅੰਮ੍ਰਿਤਸਰ 에ਅਰਪੋਰਟ ਦੀ ਜਾਂ 에ਅਰਪੋਰਟ ਅਥਾਰਟੀ ਦੀ ਜਾਂ ਸੇਵਿੰਗ ਕਰਦੇ। ਦੂਸਰੀ ਕੰਪਲੇਂਟ ਸੀ ਕਿ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਤੁਹਾਨੂੰ ਮੋਸਕੀਟੋ ਮਿਲ ਰਹੇ ਆ, ਮੋਸਕੀਟੋ 에ਅਰਪੋਰਟ ਦੇ ਉੱਪਰ ਵੀ, ਔਰ ਬਰਡ ਫਲਾਈ ਕਰ ਰਹੇ ਨੇ ਅਸਮਾਨ ਦੇ ਉੱਪਰ। ਪਿਜਨ ਦੇਖੇ ਨੇ ਮੈਂ ਉੱਥੇ, ਚਿੜੀਆਂ ਦੇਖੀਆਂ ਨੇ, ਔਰ ਚੀਂ ਕਰਦੀਆਂ ਉੱਪਰ ਨਿਗਾਹ ਮਾਰੋ ਤਾਂ ਨਜ਼ਰ ਆ ਰਹੀ। ਮੈਂ ਕਿਹਾ ਵੀ 에ਅਰਪੋਰਟ ਦੇ ਉੱਤੇ ਕੀ ਕੰਟਰੋਲ ਹੈਗਾ? ਉਹਦਾ ਕਾਰਨ ਇਹ ਹੈ ਕਿ ਪ੍ਰੋਪਰ ਸਫਾਈ ਜਾਂ AC ਨਾਲ ਨਾ ਚੱਲਣਾ, ਜਾਂ ਉੱਥੇ ਕਿਉਂਕਿ 에ਅਰਪੋਰਟ ਤੇ ਬੰਦ ਪਿਆ ਵਾ, ਸਪੈਸ਼ਲ ਫਲਾਈਟਾਂ ਚੱਲ ਰਹੀਆਂ ਹਨ। ਸਾਡੀ ਫਲਾਈਟ ਤੋਂ ਪਹਿਲਾਂ ਇੱਕ ਫਲਾਈਟ ਮੇਰਾ ਖਿਆਲ ਕੁਝ ਘੰਟੇ ਪਹਿਲਾਂ ਉਹ ਲੰਡਨ ਨੂੰ ਗਈ ਸੀ, ਇੰਗਲੈਂਡ। ਹਾਂਜੀ, ਉਸ ਤੋਂ ਬਾਅਦ ਫਿਰ ਜਦੋਂ ਪਲੇਨ ਆ ਗਿਆ ਜਿਹਨੇ ਕਤਰ 에ਅਰਲਾਈਨ ਵਾਲਿਆਂ ਦਾ, ਉਹ ਤਕਰੀਬਨ ਪੌਣੇ ਆ ਗਿਆ ਤੇ 7 ਵਜੇ ਉਹਨਾਂ ਨੇ ਲੋਡਿੰਗ ਸ਼ੁਰੂ ਕੀਤੀ ਜੀ। ਉੱਥੇ ਖਿਆਲ ਕੀਤਾ ਲੋਡਿੰਗ ਵੇਲੇ ਕਿ 6-6 ਫੁੱਟ ਦੇ ਫਰਕ ਦੇ ਉੱਤੇ ਲਾਈਨਾਂ ਲਗਾਈਆਂ ਸਨ। ਉਸੇ ਤਰੀਕੇ ਨਾਲ ਲੋਕਾਂ ਨੂੰ ਇੱਥੇ ਕਰਕੇ ਅੰਦਰ ਲਗਾਏ। ਬੜੇ ਆਪਣੇ ਵਰਕਰਸ ਦੀ ਮਦਦ ਦੇ ਨਾਲ ਦੱਸ ਕੇ ਲੋਕਾਂ ਨੂੰ ਵੀ ਇੱਕਦਮ ਰਸ਼ ਨਾ ਕਰੋ, ਏਦਾਂ ਤੁਸੀਂ ਇੰਨੇ ਤੇ ਕਰੋ ਤੇ ਇੱਕ ਲਾਈਨ 'ਚ ਹੌਲੀ ਹੌਲੀ ਤੁਰੇ ਆਓ, ਸਾਰਾ ਕੁਝ ਟਾਈਮ ਤੇ ਲੋਡ ਹੋ ਜਾਏਗਾ, ਟਾਈਮ ਤੇ ਫਲਾਈਟ ਉੱਡ ਜਾਏਗੀ। ਜੇ ਤੁਸੀਂ ਰਾਤ ਆਓਗੇ ਲੇਟ ਹੋ ਜਾਓਗੇ, ਫਲਾਈਟ ਲੇਟ ਹੋ ਜਾਏਗੀ ਤੇ ਆਪਾਂ ਸਾਰੇ ਔਖੇ ਹੋਵਾਂਗੇ। ਚਲੋ ਲੋਕਾਂ ਨੇ ਸੁਣ ਲਿਆ। ਕੁਝ ਸਾਡੇ ਚੈੱਕ ਕੀਤਾ ਗਿਆ ਉੱਥੇ? ਹਾਂਜੀ, ਟੈਂਪਰੇਚਰ ਚੈੱਕ ਕੀਤਾ ਗਿਆ ਉੱਥੇ? ਟੈਂਪਰੇਚਰ 에ਅਰਪੋਰਟ ਦੀ ਐਂਟਰੀ ਵੇਲੇ ਚੈੱਕ ਕੀਤਾ ਸੀਗਾ।
ਜਦੋਂ 에어ਪੋਰਟ ਕੀਤਾ ਨਾ, ਸਭ ਤੋਂ ਪਹਿਲਾਂ ਹੈਲਥ ਡਿਪਾਰਟਮੈਂਟ ਨੇ ਟੈਂਪਰੇਚਰ ਚੈੱਕ ਕਰਕੇ ਸਾਰਿਆਂ ਦੇ ਫਾਰਮ ਵਗੈਰਾ ਪ੍ਰੋਪਰ ਭਰੇ ਹੋਏ ਸਨ, ਆਊਟਸਾਈਡ ਹੀ ਫਾਰਮ ਵਗੈਰਾ ਲੈ ਲਏ, ਟੈਂਪਰੇਚਰ ਚੈੱਕ ਕੀਤਾ, ਉਸ ਤੋਂ ਬਾਅਦ ਲਗੇਜ ਚੈੱਕ ਇਨ ਹੋਇਆ ਸੀ, ਉਸ ਤੋਂ ਬਾਅਦ ਫਿਰ ਚੈੱਕ ਹੋਇਆ ਸੀਗਾ ਤੇ ਇਮੀਗ੍ਰੇਸ਼ਨ ਵਗੈਰਾ ਹੋਈ ਸੀਗੀ, ਉਹ ਸਾਰਾ ਕੁਝ ਪਹਿਲੇ ਹੋ ਗਿਆ ਸੀ। तो ਪਲੇਨ ਦੇ ਵਿੱਚ ਵੜਨ ਵਾਸਤੇ ਫਿਰ ਟੈਂਪਰੇਚਰ ਚੈੱਕ ਵਗੈਰਾ ਨਹੀਂ ਕੀਤੀ ਜੀ। ਤੇ ਚਲੋ ਹੌਲੀ ਹੌਲੀ ਪਲੇਨ ਦੀ ਬੋਰਡਿੰਗ ਹੋ ਗਈ, ਟਾਈਮ ਤੇ ਬੋਰਡਿੰਗ ਹੋ ਗਈ, ਪਲੇਨ ਤਕਰੀਬਨ ਟਾਈਮ ਦੇ ਉੱਤੇ ਉੱਡਿਆ। ਲੇਕਿਨ ਜਦੋਂ ਪਲੇਨ ਵਿੱਚ ਆਏ ਸਾਰੀਆਂ ਸੀਟਾਂ ਫੁੱਲ, ਐਵਰੀਬਾਡੀ ਸਿਟਿੰਗ ਸਾਈਡ ਬਾਈ ਸਾਈਡ, ਇੱਕ ਵੀ ਸੀਟ ਖਾਲੀ ਨਹੀਂ। ਸੋ ਮੈਂ ਇਸ ਇੰਪ੍ਰੈਸ਼ਨ ਦੇ ਥੱਲੇ ਸੀਗਾ, ਮੈਂ ਮੀਡੀਆ ਵਿੱਚ, ਸੋਸ਼ਲ ਮੀਡੀਆ ਵਿੱਚ, ਖਬਰਾਂ ਵਿੱਚ, ਅਖਬਾਰਾਂ ਵਿੱਚ ਇੱਥੋਂ ਦੇ ਐਮਪੀਆਂ ਦੀਆਂ ਸਟੇਟਮੈਂਟਾਂ ਵੀ ਸੁਣੀਆਂ ਨੇ ਜੀ, ਉੱਥੋਂ ਦੀ ਗਵਰਨਮੈਂਟ ਦੇ ਲੋਕਾਂ ਦੀਆਂ ਸਟੇਟਮੈਂਟਾਂ ਵੀ ਇੰਡੀਆ ਦੇ ਵੀ ਸੁਣੀਆਂ ਨੇ ਕਿ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਜਾਏਗਾ। ਪਲੇਨ ਦੇ ਵਿੱਚ ਕੋਈ ਖਿਆਲ ਨਹੀਂ ਰੱਖਿਆ ਗਿਆ। ਜੇ ਰੱਖਿਆ ਜਾਂਦਾ ਤਾਂ ਪਲੇਨ ਵਿੱਚ ਇੱਕ ਸੀਟ ਛੱਡ ਕੇ ਕਹਿੰਦੇ ਸਨ ਇੱਕ ਸੀਟ ਬਿਠਾਵਾਂਗੇ, ਬਿਲਕੁਲ ਐਸਾ ਕੀਤਾ ਗਿਆ। ਔਰ ਮੈਨੂੰ ਉਸ ਚੀਜ਼ ਦਾ ਗਿਲਾ ਵੀ ਹੋਇਆ ਕਿ ਤੁਸੀਂ ਪ੍ਰਾਈਸ ਵੀ 4 ਗੁਣਾ ਜ਼ਿਆਦਾ ਲੈ ਰਹੇ ਹੋ ਟਿਕਟ ਦੀ ਹਰ ਇੱਕ ਬੰਦੇ ਤੋਂ, ਤੇ ਤੁਸੀਂ ਡਿਸਟੈਂਸਿੰਗ ਦਾ ਫਰਕ ਨਹੀਂ ਰੱਖ ਰਹੇ। ਤੇ ਜੇ ਕੱਲ ਨੂੰ ਇਹਨਾਂ ਵਿੱਚੋਂ ਕੁਝ ਬੰਦੇ ਪੋਜ਼ਿਟਿਵ ਨਿਕਲੇ ਆਏ ਜਾਂ ਕੁਝ ਪ੍ਰੋਬਲਮ ਹੋ ਗਈ ਤਾਂ ਜ਼ਿੰਮੇਵਾਰ ਕੌਣ ਹੈ? ਇਸ ਗੱਲ ਦਾ ਜਵਾਬ ਮੈਂ ਆਪਣੇ ਜਿਹੜੇ ਕੈਨੇਡੀਅਨ ਐਮਪੀ ਉਹਨਾਂ ਤੋਂ ਵੀ ਮੰਗਦਾ, ਇਸ ਗੱਲ ਦਾ ਜਵਾਬ ਮੈਂ ਇੰਡੀਅਨ ਅਫੀਸ਼ੀਅਲਸ ਤੋਂ ਵੀ ਮੰਗਦਾ, ਜਿਹੜੇ ਬਿਆਨ ਬਹੁਤ ਵੱਡੇ ਵੱਡੇ ਅਖਬਾਰਾਂ ਤੇ ਟੀਵੀ ਤੇ ਮੀਡੀਆ ਦਿੰਦੇ ਨੇ, ਲੇਕਿਨ ਰਿਐਲਿਟੀ ਇਹ ਹੈ ਸੋਸ਼ਲ ਡਿਸਟੈਂਸ ਪਲੇਨ ਕੋਈ ਖਿਆਲ ਨਹੀਂ ਰੱਖਿਆ ਗਿਆ। 3 ਘੰਟੇ ਤੋਂ ਜ਼ਿਆਦਾ ਦੀ ਫਲਾਈਟ ਅੰਮ੍ਰਿਤਸਰ ਤੋਂ ਦੋਹਾ ਦੀ ਹੈ। ਚਲੋ 3 ਘੰਟੇ ਤੋਂ 3.5 ਘੰਟੇ ਜਿੰਨਾ ਵੀ ਟਾਈਮ ਹੈ ਉਹ ਪਹੁੰਚੀ, ਉੱਥੇ ਪਹੁੰਚ ਕੇ ਪਲੇਨ 1.5-2 ਘੰਟੇ ਖੜਾ ਰਿਹਾ। ਉਹਦਾ ਕਾਰਨ ਸੀਗਾ ਉਹਨਾਂ ਨੇ ਫੂਡ ਲੈਣਾ ਸੀਗਾ ਤੇ ਲੈਣਾ ਸੀਗਾ, ਜੋ ਕੁਝ ਵੀ ਉਹਦਾ ਪਲੇਨ ਦਾ ਚੈੱਕ ਕਰਨਾ ਸੀ, ਦੁਬਾਰਾ ਸਫਾਈ ਕਰਨੀ ਸੀ। ਲੇਕਿਨ ਸਾਰੇ ਦੇ ਸਾਰੇ ਲੋਕ 2 ਘੰਟੇ ਆਪੋ ਆਪਣੀ ਸੀਟਾਂ ਤੇ ਹੀ ਬੈਠੇ ਰਹੇ। 3 ਘੰਟੇ ਪਲੱਸ 2 ਘੰਟੇ 5 ਘੰਟੇ ਤੋਂ ਉੱਪਰ ਜ਼ਿਆਦਾ ਟਾਈਮ ਹੋ ਗਿਆ ਜੀ। ਵੈਨਕੂਵਰ ਵਾਸਤੇ ਵੈਨਕੂਵਰ ਫਲਾਈਟ ਆਈ 13.5 ਘੰਟੇ ਚ, 18 ਤੇ 19 ਘੰਟੇ ਸਮਝ ਲਓ ਲੋਕ ਇੱਕੋ ਪਲੇਨ ਵਿੱਚ ਇੱਕੋ ਸੀਟ ਦੇ ਉੱਪਰ ਬੈਠੇ ਰਹੇ ਔਰ ਕੋਈ ਸੋਸ਼ਲ ਡਿਸਟੈਂਸਿੰਗ ਤੁਹਾਡੇ ਸਾਹਮਣੇ ਹੁਣ ਤੁਸੀਂ ਆਪ ਹਿਸਾਬ ਲਾ ਲਓ ਜੀ। ਦੂਸਰੀ ਗੱਲ, ਉਸ ਤੋਂ ਬਾਅਦ ਤੁਸੀਂ ਪਲੇਨ ਬਦਲਿਆ ਕਿ ਉਹੀ ਪਲੇਨ ਦੁਬਾਰਾ ਵੈਨਕੂਵਰ ਨੂੰ ਆਇਆ? ਬੋਰਡਿੰਗ ਪਾਸ ਬੇਸ਼ੱਕ 2 ਦਿੱਤੇ ਸਨ, ਫਲਾਈਟ ਨੰਬਰ ਵੀ ਉੱਥੇ 2 ਲਿਖੇ ਸਨ, ਲੇਕਿਨ ਪਲੇਨ ਉਹੀ ਸੀਗਾ, ਉਹੀ ਪਲੇਨ ਸੀ। ਉਹ ਫਾਰਮੈਲਿਟੀ ਹੋਈ ਕਿ ਉਹਨਾਂ ਦੀਆਂ ਜੋ ਉਹਨਾਂ ਦਾ ਇੰਟਰਨਲ ਕੰਮ ਹੁੰਦਾ ਹੋਏਗਾ, ਸੇਮ ਸੀਟ, ਸੇਮ ਪਲੇਨ, ਸੇਮ ਗੱਲ। ਫਿਰ ਫਲਾਈਟ ਨੰਬਰ ਜਿਹੜੀ ਵੈਨਕੂਵਰ ਤੋਂ ਦੋਹਾ ਤੋਂ ਵੈਨਕੂਵਰ ਆਉਂਦੀ ਉਹਦਾ ਫਲਾਈਟ ਨੰਬਰ ਹੋਰ ਆ, ਉੱਥੇ ਜਿਹੜੀ ਚੱਲਦੀ ਹੋਰ ਆ, ਪਲੇਨ ਸੇਮ। ਏਅਰਲਾਈਨ ਵਾਲਿਆਂ ਦਾ ਜੋ ਮੈਂ ਸਮਝਦਾ ਕਿ ਪੋਜ਼ਿਟਿਵ ਕੰਮ ਸੀਗਾ ਕਿ ਉਹਨਾਂ ਨੇ ਜਿਸ ਵੇਲੇ ਚੈੱਕ ਇਨ ਕੀਤੀ, ਬੋਰਡਿੰਗ ਕੀਤੀ ਜਾਂ ਬਾਹਰ ਮਦਦ ਕੀਤੀ ਜਾਂ ਵੀਲ ਚੇਅਰ ਵਾਲਿਆਂ ਦੀ ਮਦਦ ਕੀਤੀ ਜਾਂ ਸੀਨੀਅਰਸ ਦੀ ਮਦਦ ਕੀਤੀ, ਉਹਨਾਂ ਨੂੰ ਲੈ ਕੇ ਆਏ, ਬਿਠਾ ਕੇ ਗਏ, ਉਹਨਾਂ ਦਾ ਬਿਲਕੁਲ ਪੋਜ਼ਿਟਿਵ ਕੰਮ ਸੀਗਾ, ਬਹੁਤ ਵਧੀਆ ਕੰਮ ਸੀਗਾ। ਉਹਨਾਂ ਦਾ ਫੂਡ ਵੀ ਠੀਕ ਸੀਗਾ, ਉਹਨਾਂ ਦੀ ਸਰਵਿਸ ਵੀ ਠੀਕ ਸੀ, ਉਹਨਾਂ ਦੇ ਹੋਸਟ ਜਿੰਨੇ ਵੀ ਸੀਗੇ ਸਾਰਿਆਂ ਨੇ ਵਧੀਆ ਤਰੀਕੇ ਨਾਲ ਲੋਕਾਂ ਨੂੰ ਅਟੈਂਡ ਕੀਤਾ ਥਰੂ ਆਊਟ ਵੈਨਕੂਵਰ ਆਲ ਦ ਵੇ। ਉਹ ਵਧੀਆ, ਬਹੁਤ ਵਧੀਆ ਏ ਕਲਾਸ। ਮੈਂ ਕਹਿੰਦਾ ਏਅਰ ਕੈਨੇਡਾ ਨਾਲੋਂ ਵਧੀਆ। ਇੱਥੇ ਏਅਰ ਕੈਨੇਡਾ ਡਰਾਈਵਰ ਦੇਖਿਆ ਕਈ ਵਾਰੀ ਤੇ ਕਈ ਵਾਰੀ ਐਕਸਪੀਰੀਅੰਸ ਹੁੰਦੇ ਆ, ਉਹਨਾਂ ਦਾ ਬਹੁਤ ਵਧੀਆ ਕੰਮ ਸੀਗਾ। ਉਹਨਾਂ ਨੂੰ ਪੋਜ਼ਿਟਿਵਲੀ ਕਿਹਾ ਜਾ ਸਕਦਾ, ਲੇਕਿਨ ਸੋਸ਼ਲ ਡਿਸਟੈਂਸਿੰਗ ਦੀ ਜ਼ਿੰਮੇਵਾਰੀ ਉਹ ਤਾਂ ਵਿਚਾਰੇ ਕੁਝ ਨਹੀਂ ਕਰ ਸਕਦੇ, EMPLOYEE ਨੇ। ਉਹਨਾਂ ਦੀ ਮੈਨੇਜਮੈਂਟ ਦਾ ਕੰਮ ਹੈ ਇਹ, ਜਾਂ ਬੁਕਿੰਗ ਏਜੰਟਾਂ ਦਾ ਕੰਮ ਹੈ, ਜਾਂ ਕੈਨੇਡੀਅਨ ਐਮਬੈਸੀ ਦਾ ਕੰਮ ਹੈ, ਜਾਂ ਕੈਨੇਡੀਅਨ MPs ਦਾ ਕੰਮ ਹੈ, ਜਾਂ ਇੰਡੀਆ ਦੇ ਜਿਹੜੇ ਜੋ ਜ਼ਿੰਮੇਵਾਰ ਬੰਦੇ ਨੇ ਪੋਲੀਟੀਸ਼ੀਅਨ ਉਹਨਾਂ ਦਾ ਕੰਮ ਹੈ। ਸੋ ਚਲੋ ਪੋਜ਼ਿਟਿਵ ਨੈਗੇਟਿਵ ਗੱਲਾਂ ਖੱਟੀਆਂ ਮਿੱਠੀਆਂ ਸਾਰੀਆਂ ਏਦਾਂ ਦੇ ਤਜਰਬੇ ਹੋਏ। ਸੋ 19 ਘੰਟੇ ਦੇ ਵਿੱਚ ਤੁਸੀਂ ਦੇਖ ਲਓ ਤਕਰੀਬਨ ਵੈਨਕੂਵਰ ਉਤਰਦੇ ਆ। ਫਿਰ ਜੋ ਵੈਨਕੂਵਰ 에ਅਰਪੋਰਟ ਦੇ ਉੱਪਰ ਉਤਰਦੇ ਆ, ਇਹਨਾਂ ਦਾ ਸਿਸਟਮ ਬਹੁਤ ਵਧੀਆ ਸੀਗਾ। 에ਅਰਪੋਰਟ ਤੇ ਨਿਸ਼ਾਨੀਆਂ ਲਾਈਆਂ ਹਨ, ਪਲੇਨ ਚੋਂ ਡੀ ਬੋਰਡਿੰਗ ਜਦ ਨਿਕਲਦੇ ਆਪਾਂ ਤੇ ਉੱਤਰ ਕੇ ਅਨਾਉਂਸਮੈਂਟ ਉਸ ਵੇਲੇ ਆਉਣੀ ਸ਼ੁਰੂ ਹੋ ਗਈ ਕਿ ਕੀਪ ਦਾ ਸੋਸ਼ਲ ਡਿਸਟੈਂਸਿੰਗ, ਉਹਨਾਂ ਦਾ ਜੋ ਵੀ ਹੈ। ਔਰ ਫਰਸ਼ ਦੇ ਉੱਪਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਹਰ ਥਾਂ ਦੇ ਉੱਤੇ ਲਾਈਨਾਂ ਲਗਾਈਆਂ ਸਨ 6 ਫੁੱਟ ਦੇ ਡਿਸਟੈਂਸ ਦੀ, ਤਾਂ ਕਿ ਲੋਕ ਫਾਲੋ ਕਰਨ ਤੇ ਫਾਲੋ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਦੇ ਵਰਕਰ ਫਿਰਦੇ ਸਨ, ਆਪਣੇ ਜਿਹੜੇ ਇਮੀਗ੍ਰੇਸ਼ਨ ਕਸਟਮ ਵਾਲੇ ਸਨ ਉਹ ਵੀ ਸਨ, ਤੇ ਉਹਨਾਂ ਨੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ। ਲੇਕਿਨ ਹੁਣ ਇੰਡੀਵਿਜੂਅਲ ਲੋਕਾਂ ਦੇ ਉੱਪਰ ਵੀ ਹੈ ਜੋ ਨਹੀਂ ਕਰਦੇ। ਇੱਕ ਪਰਿਵਾਰ ਦੇ ਇਕੱਠੇ ਰਹਿ ਸਕਦੇ ਹਨ, ਉਹ ਕਹਿੰਦੇ ਇੱਕ ਪਰਿਵਾਰ ਵਾਲੇ ਇੱਕ ਗਰੁੱਪ ਵਿੱਚ ਇਕੱਠੇ ਹੋ, ਦੂਸਰੇ ਫਿਰ 6 ਫੁੱਟ ਪਿੱਛੇ, ਫਿਰ ਏਦਾਂ। ਤੇ ਇੰਡੀਵਿਜੂਅਲ ਸੋਹਣੇ ਤਰੀਕੇ ਨਾਲ 2-2.5 ਘੰਟੇ ਦੇ ਵਿੱਚ 에ਅਰਪੋਰਟ ਤੋਂ ਤਕਰੀਬਨ ਪੇਪਰ ਵਰਕ ਹੋ ਕੇ, ਚੈੱਕ ਇਨ ਕਰਕੇ, ਇਮੀਗ੍ਰੇਸ਼ਨ ਹੋ ਕੇ, ਕਸਟਮ ਹੋ ਗਏ, ਸਾਰਾ ਕੁਛ ਨਿਕਲੇ। ਲੇਕਿਨ ਜਦੋਂ ਅਸੀਂ ਲਗੇਜ ਚੁੱਕਣ ਵਾਲੀ ਜਗ੍ਹਾ ਤੇ ਆਉਂਦੇ ਆ, ਉੱਥੇ ਫਿਰ ਆਪਣੇ ਲੋਕਾਂ ਦਾ ਕੀ ਹਾਲ, ਤੇ ਪਬਲਿਕ ਦਾ ਉਹੀ ਹਾਲ ਕਹਿ ਲਓ, ਕਾਹਲੀ ਹੁੰਦੀ ਸਮਾਨ ਚੁੱਕਣ ਦੀ, ਲੇਕਿਨ ਕੋਈ ਸੋਸ਼ਲ ਡਿਸਟੈਂਸਿੰਗ ਦਾ ਚੱਕਰ ਨਹੀਂ। ਕੋਈ ਹੈ ਵੀ ਨਹੀਂ ਕਹਿਣ ਵਾਲਾ ਕਿ ਤੁਸੀਂ ਇੱਥੇ ਨਾ ਇੱਕੋ ਲਾਈਨ 'ਚ ਲੱਗੋ ਜਾਂ ਉੱਥੇ ਕੋਈ ਖੜਾ ਹੋਵੇ ਮੋਨੀਟਰ ਕਰ ਰਿਹਾ ਹੋਵੇ ਕੋਈ। ਔਰ ਫਿਰ ਦੂਸਰੀ ਗੱਲ ਇਹ ਵੀ ਸੀਗੀ ਕਿ ਉੱਥੇ ਜਿਹੜੇ ਲਗੇਜ ਆ ਰਿਹਾ ਸੀਗਾ ਉਹ 3 ਮਿੰਟਾਂ ਦੇ ਆ ਰਿਹਾ ਸੀਗਾ, ਕਿਉਂਕਿ ਲਗੇਜ ਜ਼ਿਆਦਾ ਸਾਰੇ ਲੋਕਾਂ ਦਾ 250-300 ਜਿੰਨੀ ਵੀ ਸੀਟ, ਮੈਨੂੰ ਨਹੀਂ ਪਤਾ 7 ਪਲੇਨ 'ਚ ਕਿੰਨੀ ਸੀਟ ਹੁੰਦੀ ਹੈ, ਫੁੱਲ ਸੀ ਉਹ।
ਤੋ ਉਹ ਜਿਵੇਂ ਫਰਜ਼ ਕੀਤਾ ਬੈਲਟ ਨੰਬਰ 23 24 25 ਰਫਲੀ ਕਹਿ ਲਓ, ਉਹ ਤੇ ਉਹਨਾਂ ਨੇ ਫਿਰ ਅਨਾਉਂਸ ਹੀ ਕਰਦੇ ਸੀ ਬਾਰ-ਬਾਰ, ਤੁਹਾਡਾ ਲਗੇਜ ਜੇ 23 ਤੋਂ ਮਿਲਿਆ 24 ਤੇ ਮਿਲੇਗਾ, 24 ਤੇ ਮਿਲੇਗਾ, 25 ਤੇ ਮਿਲੇਗਾ, ਮੇਰਾ ਇੱਕ ਪੀਸ ਮੈਨੂੰ 25 ਤੇ ਮਿਲਿਆ, ਇੱਕ ਮੈਨੂੰ 23 ਤੇ ਮਿਲਿਆ। ਸੋ ਉਹ ਵੀ ਬੈਕ ਐਂਡ ਫੋਰਥ ਖੱਜਲ ਖੁਆਰੀ, ਉਹ ਤਾਂ ਚਲੋ ਕਰ ਸਕਦੇ, ਆਉਣ ਦੀ ਖੁਸ਼ੀ ਸੀ, ਪਹੁੰਚ ਗਏ ਆ, ਵੈਨਕੂਵਰ ਆ ਗਏ, ਕੈਨੇਡਾ ਆ ਗਏ, ਖੁਸ਼ੀ, ਚਲੋ ਕੋਈ ਗੱਲ ਨਹੀਂ, ਉਹ ਗੱਲਾਂ ਟੋਲਰੇਟ ਹੋ ਜਾਂਦੀਆਂ, ਪਰ ਇਹ ਹੋਈਆਂ ਨੇ। ਸੋ ਉੱਥੋਂ ਚੁੱਕ ਕੇ ਫਿਰ ਆਪਣਾ ਸਮਾਨ ਲਗੇਜ ਵਗੈਰਾ, ਉਸ ਤੋਂ ਬਾਅਦ ਆਪਣੇ ਘਰੇ ਆਉਣ ਦਾ ਜੋ ਪ੍ਰੋਸੀਜਰ ਸੀ ਬੱਚਿਆਂ ਨੂੰ ਪਤਾ ਸੀ ਫੋਲੋ ਕਰਨਾ। ਆਲਰੇਡੀ ਕਿਹਾ ਸੀ ਵੀ ਕਾਰ ਦੇ ਤੁਹਾਨੂੰ ਕਾਰ ਫੜਾ ਦੇਣੀ ਹੈ, ਕਾਰ ਦੇ ਵਿੱਚ ਤੁਸੀਂ ਚਲਾ ਕੇ ਆਓਗੇ, ਅਸੀਂ ਦੂਜੀ ਕਾਰ ਜਾਵਾਂਗੇ, ਜੋ ਉੱਥੇ ਤੋਂ ਗਵਰਨਮੈਂਟ ਦਾ ਸਿਸਟਮ ਹੈ। ਸੋ ਇਹ ਪਲਾਨ ਜਿਹੜਾ ਸੀਗਾ ਇਹ ਤੁਹਾਡੇ ਵੱਲੋਂ ਸਬਮਿਟ ਕਰਵਾਇਆ ਗਿਆ ਸੀ, ਪਹਿਲਾਂ ਤੁਹਾਡੇ ਬੱਚਿਆਂ ਵੱਲੋਂ ਸਬਮਿਟ ਕਰਵਾਇਆ ਗਿਆ ਸੀ, ਕਿਉਂਕਿ ਇੱਥੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਇੱਥੇ ਲੈਂਡ ਹੁੰਦੇ ਆ ਤਾਂ ਤੁਹਾਨੂੰ ਉਹ ਪਲਾਨ ਜਿਹੜਾ ਉਹ ਗਵਰਨਮੈਂਟ ਨੂੰ ਦੱਸਣਾ ਪੈਂਦਾ, ਤੇ ਜੇ ਤੁਹਾਡੇ ਕੋਲ ਪਲਾਨ ਨਹੀਂ ਹੁੰਦਾ ਤਾਂ ਤੁਹਾਨੂੰ ਹੋਟਲ ਦੇ ਵਿੱਚ ਰਹਿਣ ਨੂੰ ਕਹਿੰਦੇ ਆ। ਮੈਂ ਆਨਲਾਈਨ ਉਹ ਅੰਮ੍ਰਿਤਸਰ ਤੋਂ ਤੁਰਨ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਮੋਗੇ ਤੋਂ ਮੈਂ ਆਨਲਾਈਨ ਜਾ ਕੇ ਅਪਲਾਈ ਕਰ ਦਿੱਤਾ ਸੀਗਾ, ਮੇਰੀ ਪਲਾਨ ਤੇ ਕਿੱਦਾਂ ਕਰਨਾ, ਉਹ ਆਨਲਾਈਨ ਅਪਲਾਈ ਹੋ ਗਿਆ ਸੀ, ਉਹ ਆਲਰੇਡੀ ਇਨਫੋਰਮੇਸ਼ਨ ਤੇ ਪਹੁੰਚੀ ਹੋਈ ਸੀਗੀ। ਸੋ ਜਿਨ੍ਹਾਂ ਨੇ ਨਹੀਂ ਕੀਤਾ ਸੀਗਾ ਉਹਨਾਂ ਤੋਂ ਉੱਥੇ 에ਅਰਪੋਰਟ ਤੇ ਕਰਵਾ ਰਹੇ ਸਨ, ਉਹਨਾਂ ਨੇ ਜਿਸ ਲਗੇ ਚੁੱਕ ਲਿਆ, ਸਾਰਾ ਕੁਝ ਹੋ ਗਿਆ, ਲੋਕੀ ਉੱਥੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ, ਉੱਥੇ ਇਹਨਾਂ ਨੇ ਕਾਊਂਟਰ ਬਣਾਏ ਹੋਏ ਨੇ ਜਿੱਥੇ ਤੁਹਾਡੇ ਪਲਾਨ ਬਾਰੇ ਇਨਫੋਰਮੇਸ਼ਨ ਦੀ ਲਾਈਨ ਅਪ ਲੱਗਦੀ ਹੈ। ਤੇ ਉੱਥੇ ਵੀ ਕਾਫੀ ਮਤਲਬ ਕਾਊਂਟਰ 10-12 ਕਾਊਂਟਰ ਖੁੱਲੇ ਸਨ, ਔਰ ਇਨ ਬਿਟਵੀਨ ਵਰਕਰ ਸਨ ਜਿਹੜੇ ਉਹਨੂੰ ਦੱਸ ਰਹੇ ਸਨ ਲਾਈਨ। ਤੋਂ ਮੈਂ ਉਹਨਾਂ ਨੂੰ ਜਦ ਦੱਸਿਆ ਵੀ ਮੇਰੇ ਕੋਲ ਮੇਰਾ ਨੰਬਰ ਹੈਗਾ, ਮੈਂ ਅਪਲਾਈ ਕੀਤਾ ਹੋਇਆ ਆਲਰੇਡੀ, ਉਹ ਲੜਕੀ ਮੈਨੂੰ ਸਿੱਧੀ ਫਿਰ ਉਸ ਕਾਊਂਟਰ ਤੇ ਲੈ ਗਈ ਤੇ ਉਹਨੇ ਮੇਰਾ ਚੈੱਕ ਕਰਕੇ ਮੈਨੂੰ ਇਨਫੋਰਮੇਸ਼ਨ ਕਾਰਡ ਦਿੱਤਾ, ਉਹ ਜਿਹੜਾ ਫਾਰਮ ਹੁੰਦਾ ਉਹ ਦਿੱਤਾ ਵੀ ਯੂ ਹੈਵ ਟੂ ਫੋਲੋ ਥੀਸ। ਮੈਂ ਕਿਹਾ ਮੈਨੂੰ ਆਲਰੇਡੀ ਪਤਾ ਵਾ, ਤੇ ਨੰਬਰ ਵਗੈਰਾ ਦੇਖ ਕੇ ਸਾਰਾ ਕੁਝ ਪੁੱਛ ਕੇ, ਇਨਫੋਰਮੇਸ਼ਨ ਲੈ ਕੇ, ਡੇਟ ਆਫ ਬਰਥ ਪੁੱਛ ਕੇ, ਨਾਂ ਪੁੱਛ ਕੇ, ਐਡਰੈਸ ਪੁੱਛ ਕੇ, ਫਿਰ ਮੈਨੂੰ ਕਹਿੰਦੀ ਓਕੇ ਤੁਸੀਂ ਬਾਹਰ ਜਾ ਸਕਦੇ ਹੋ। ਚਲੋ ਜੀ ਬਾਹਰ ਬੱਚਿਆਂ ਨੂੰ ਜੋ ਪਲਾਨ ਕੀਤੀ ਹੋਈ ਸੀਗੀ ਤੇ ਮਤਲਬ ਉਸ ਤਰੀਕੇ ਨਾਲ ਮੈਂ ਉੱਥੇ ਆਪਣਾ ਖੜਾ ਰਿਹਾ। ਉਹ 2 ਕਾਰਾਂ ਦੇ ਬੱਚੇ ਆਏ, ਜਿਹੜੀ ਕਾਰ ਮੇਰੀ ਪਹਿਲੀ ਸੀਗੀ ਉਹਦੇ ਆਰਾਮ ਨਾਲ ਉਹਦੇ ਨਾਲ ਮੈਂ ਆਪੇ ਆਪਣਾ ਸਮਾਨ ਚੁੱਕ ਕੇ ਟਰੰਕ 'ਚ ਰੱਖਿਆ, ਉਹਨਾਂ ਟਰੰਕ ਖੋਲ ਦਿੱਤਾ, ਮੈਂ ਰੱਖਿਆ, ਉਹਨਾਂ ਟਰੰਕ ਬੰਦ ਕਰ ਦਿੱਤਾ, ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣਾ, ਸਿਰਫ ਸਟੀਅਰਿੰਗ ਨੂੰ ਹੀ ਹੱਥ ਲਾਉਣਾ। ਮੈਂ ਆਰਾਮ ਨਾਲ ਕਾਰ 'ਚ ਬੈਠਾ, ਉਹਨੇ ਵਿੰਡੋ ਵੀ ਦਰਵਾਜ਼ਾ ਲਾਤਾ ਤੇ ਮੈਂ ਆਪਣੀ ਆਰਾਮ ਨਾਲ ਕਾਰ ਚਲਾ ਕੇ ਮੂਹਰੇ ਆ ਗਿਆ, ਪਿੱਛੇ ਉਹ ਆ ਗਏ। ਆਪਣਾ ਲਗੇਜ ਮੈਂ ਉਹਨਾਂ ਟਰੰਕ ਖੋਲਿਆ, ਟਰੰਕ 'ਚੋਂ ਆਪਣਾ ਲਗੇਜ ਮੈਂ ਆਪ ਕੱਢਿਆ ਜੀ, ਕਿਤੇ ਹੋਰ ਲਾਣਾ ਸਟੀਅਰਿੰਗ ਤੋਂ ਬਿਨਾਂ, ਲਗੇਜ ਚੁੱਕ ਕੇ ਮੈਂ ਟਰੰਕ ਦੇ ਵਿੱਚ ਰੱਖ ਦਿੱਤਾ। ਉਦੋਂ ਬਾਅਦ ਕਾਰ ਬੰਦ ਕਰਕੇ, ਸਭ ਕੁਝ ਬੰਦ ਕਰਕੇ ਬੱਚਿਆਂ ਨੇ ਉਹਨੇ ਕਿਹਾ, ਉਸ ਤੋਂ ਬਾਅਦ ਗਰਾਜ ਦੇ ਵਿੱਚ ਹੀ ਮੇਰਾ ਵੱਡਾ ਤੌਲੀਆ ਰੱਖਿਆ ਹੋਇਆ ਸੀ, ਉਹਨਾਂ ਨੇ ਲਾਈਟ ਆਨ, ਬੱਚੇ ਚਲੇ ਗਏ ਤੇ ਮੈਂ ਆਪਣੇ ਸਾਰੇ ਕੱਪੜੇ ਉੱਤੇ ਉਤਾਰ ਕੇ ਤੌਲੀਆ ਬੰਨ ਕੇ ਸਿੱਧਾ ਬਾਥਰੂਮ 'ਚ ਜੀ, ਨਹਾ ਧੋ ਕੇ ਨਵੇਂ ਕੱਪੜੇ ਪਾ ਕੇ ਸਿੱਧਾ ਆਪਣੇ ਬੈਡਰੂਮ 'ਚ। ਸੋ ਬੈਡਰੂਮ ਦੇ ਵਿੱਚ ਹੁਣ ਤੁਹਾਨੂੰ ਅਲੱਗ ਤੋਂ ਰੱਖਿਆ ਗਿਆ ਜਿੱਥੇ ਤੁਸੀਂ ਹੁਣ ਕੁਆਰੰਟਾਈਨ ਕਰ ਰਹੇ ਹੈਗੇ ਆ, ਸੋ ਇੱਥੇ ਤੁਸੀਂ ਇਕੱਲੇ ਰਹਿ ਰਹੇ ਹੈਗੇ ਆ। ਸੋ ਕੀ ਹੁਣ ਲੱਗ ਰਿਹਾ ਹੈਗਾ ਇਹ 14 ਦਿਨ ਹੁਣ ਕਿਵੇਂ ਨਿਕਲਣਗੇ, ਕਿਉਂਕਿ 6-7 ਦਿਨ ਤਾਂ ਆਲਰੇਡੀ ਨਿਕਲ ਚੁੱਕੇ ਨੇ। ਮੈਨੂੰ ਇਕੱਲੇ ਰਹਿਣ 'ਚ ਕੋਈ ਇਸ਼ੂ ਨਹੀਂ, ਐਕਚੁਅਲੀ ਇੱਥੇ ਖਾਸ ਕਰਕੇ ਕੈਨੇਡਾ ਵਿੱਚ ਮੈਂ ਆਦੀ ਹਾਂ ਤੇ ਲੇਕਿਨ ਬਾਥਰੂਮ ਜਾਓ ਜਾਂ ਲੋੜ ਹੈਗੀ ਆ, ਇੱਥੇ ਜਦ ਖਾਣੇ ਦੀ ਗੱਲ ਹੁੰਦੀ ਹੈ ਬਾਹਰ ਉੱਥੋਂ ਖਾਣਾ ਰੱਖ ਦਿੰਦੇ ਆ, ਮੈਂ ਟੈਕਸਟ ਕਰ ਦਿੰਦਾ, ਮੈਂ ਕੋਲ ਰੱਖਿਆ ਮਤਲਬ ਜ਼ੋਰ ਦੇ ਨਾਲ, ਤੇ ਮੈਂ ਆਰਾਮ ਨਾਲ ਖਾਣਾ ਚੁੱਕ ਕੇ ਅੰਦਰ ਆਪਣਾ ਖਾਣਾ ਖਾ ਕੇ ਬਾਹਰ ਰੱਖ ਦੇਣਾ ਤੇ ਉਹ ਲੈ ਜਾਂਦੇ। ਸੋ ਕੋਈ ਇਸ਼ੂ ਨਹੀਂ ਜੀ। ਕੁਆਰੰਟਾਈਨ ਦਾ ਜਿਹੜਾ ਕਹਿ ਰਹੇ ਆ ਕਿ ਜਦੋਂ ਤੁਸੀਂ ਇੱਥੇ ਆ ਜਾਂਦੇ ਆ ਤਾਂ BC ਦੇ ਵੱਲੋਂ, RCMP ਦੇ ਵੱਲੋਂ ਜਾਂ ਕਿਸੇ ਪ੍ਰਸ਼ਾਸਨ ਦੇ ਕਿਸੇ ਵੱਲੋਂ ਤੁਹਾਨੂੰ ਕੰਟੈਕਟ ਕੀਤਾ ਜਾਂਦਾ, ਤੁਹਾਨੂੰ ਪੁੱਛਿਆ ਜਾਂਦਾ ਕਿ ਤੁਸੀਂ ਕੁਆਰੰਟਾਈਨ ਦੇ ਵਿੱਚ ਰਹਿ ਰਹੇ ਆ, ਤੁਹਾਨੂੰ ਪੁੱਛਿਆ ਗਿਆ? ਜੀ, ਮੈਨੂੰ ਡੇ ਸੈਕੰਡ ਦੇ ਉੱਤੇ ਇੱਕ ਫੋਨ ਆਇਆ ਸੀ ਗਵਰਨਮੈਂਟ ਮਤਲਬ ਅਫੀਸ਼ੀਅਲ ਦਾ, ਉਹਨਾਂ ਗੱਲ ਕੀਤੀ 2-3 ਮਿੰਟ ਨਾਲ ਗੱਲ ਕੀਤੀ ਲੇਡੀ ਨੇ, ਉਹ ਇਨਫੋਰਮੇਸ਼ਨ ਪੁੱਛੀ, ਮੈਂ ਸਾਰਾ ਬਤਾ ਦਿੱਤਾ। ਉਸ ਤੋਂ ਬਾਅਦ ਅੱਜ ਫੇਰ ਤਕਰੀਬਨ 5 ਦਿਨਾਂ ਬਾਅਦ ਸੋ ਸੈਕੰਡ ਟਾਈਮ ਚੈੱਕ ਇਨ ਕੀਤਾ ਉਹਨਾਂ ਨੇ। ਸੋ ਉਹ ਕਹਿੰਦੇ ਵੀ ਫੋਨ ਦੇ ਉੱਪਰ ਹੀ ਠੀਕ ਆ, ਜੇ ਕਿਸੇ ਬੰਦੇ ਨੂੰ, ਜੇ ਕੋਈ ਇਨਸਾਨ ਨਹੀਂ, ਉਹਨੂੰ ਪਤਾ ਲੱਗ ਜਾਂਦਾ, ਮੇਰੇ ਖਿਆਲ ਦੇ ਵੈਰੀ ਅਬਜ਼ਰਵੈਂਟ, ਕਿ ਜੇ ਕੋਈ ਬੰਦਾ ਮਹਿਸੂਸ ਕਰਦਾ ਵੀ ਉਹਨੂੰ ਲੱਗਦਾ ਵੀ ਸ਼ਾਇਦ ਨਹੀਂ ਕਰ ਰਿਹਾ ਤਾਂ ਉਹ ਜ਼ਰੂਰ ਘਰ ਵੀ ਆਉਂਦੇ ਹੋਣਗੇ, ਸੁਣਿਆ ਮੈਂ। ਲੇਕਿਨ ਮੇਰੇ ਕੋਲ ਆਇਆ ਨਹੀਂ ਫੋਨ, ਮੈਨੂੰ 2 ਦਫਾ ਆ ਚੁੱਕਾ, ਕਨਫਰਮੇਸ਼ਨ ਹੋ ਚੁੱਕੀ ਹੈ ਔਰ ਮੇਰੀ ਗੱਲਬਾਤ ਤੋਂ ਸੈਟਿਸਫਾਈਡ ਨੇ ਉਹ ਮੈਂ ਘਰ 'ਚ ਬੈਠਾ, ਮੈਂ ਆਪ ਵੀ ਜ਼ਿੰਮੇਵਾਰ ਹਾਂ। ਲੇਕਿਨ ਜੇ ਕੋਈ ਜ਼ਿੰਮੇਵਾਰ ਨਹੀਂ ਹੁੰਦਾ ਤੇ ਮਾੜੀ ਗੱਲ ਹੈ, ਕਿਉਂਕਿ ਸਾਡੀ ਆਪਣੀ ਰਿਸਪੌਂਸਿਬਿਲਿਟੀ ਹੈ। ਪਹਿਲਾਂ ਅਸੀਂ ਆਪਣੀ ਸਿਹਤ ਨੂੰ ਬਚਾਉਣਾ, ਫਿਰ ਆਪਣੇ ਪਰਿਵਾਰ ਦੀ ਸਿਹਤ ਨੂੰ ਬਚਾਉਣਾ, ਇਹ ਜੋ 14 ਦਿਨ ਹੋ ਗਏ ਫਿਰ ਤੁਸੀਂ ਸਮਾਜ ਨੂੰ, ਬਾਹਰਲੇ ਨੂੰ ਬਚਾਉਣਾ, ਸਾਡੀ ਆਪਣੀ ਜ਼ਿੰਮੇਵਾਰੀ। ਕੈਨੇਡੀਅਨਸ ਆਰ ਵੈਰੀ ਰਿਸਪੌਂਸਿਬਲ, ਮੇਰਾ ਖਿਆਲ, ਜਿਹੜੇ ਸਮਝਦਾਰ ਨੇ ਜੀ। ਬੇਨਤੀ ਕਰੂੰਗਾ ਵੀ ਜੇ ਕੋਈ ਬੰਦੇ ਦੇ ਮਨ 'ਚ ਮਾੜੀ ਮੋਟੀ ਪਤਾਈ ਕਰਨ ਦੀ ਇੱਛਾ ਹੋਵੇ ਨਾ, ਮਤ ਐਸਾ ਕੁਛ ਨਾ ਕਰੋ। ਤੁਸੀਂ ਕਿਸੇ ਨਾਲ ਕੁਛ ਨਹੀਂ ਕਰ ਰਹੇ, ਤੁਸੀਂ ਨੁਕਸਾਨ ਕਰ ਰਹੇ ਹੋ ਆਪਣਾ, ਪਰਿਵਾਰ ਦਾ ਤੇ ਸਮਾਜ ਦਾ। ਇਸ ਕਰਕੇ ਕੁਆਰੰਟਾਈਨ 'ਚ ਰਹੋ, 14 ਦੀ ਬਜਾਏ 15 ਦਿਨ ਵੀ ਰਹੋ ਤਾਂ ਕੋਈ ਹਰਜ ਨਹੀਂ। ਕੁੱਲ ਮਿਲਾ ਕੇ ਕਾਫੀ ਟਾਈਮ ਤੋਂ ਬਾਅਦ ਤੁਸੀਂ ਵਾਪਸ ਆਏ, ਇੰਨਾ ਟਾਈਮ ਪੰਜਾਬ ਦੇ ਵਿੱਚ ਸਪੈਂਡ ਕੀਤਾ ਤੇ ਉਸ ਤੋਂ ਬਾਅਦ ਹੁਣ ਇੰਨੀ ਸਟਰਗਲ ਕਰਕੇ ਫਿਰ ਵਾਪਸ ਤੁਸੀਂ ਆਪਣੇ ਘਰੇ ਆਏ ਹੈਗੇ ਆ। ਸੋ ਪੂਰੀ ਜਰਨੀ ਨੂੰ ਜਦੋਂ ਤੁਸੀਂ ਦੇਖਦੇ ਹੈਗੇ ਆ, ਕਈ ਗਿਲੇ ਵੀ ਹੈਗੇ ਆ ਤੁਹਾਨੂੰ ਕਿ ਪ੍ਰਸ਼ਾਸਨ ਨੇ ਕਿਤੇ ਸਾਥ ਨਹੀਂ ਦਿੱਤਾ, ਇੰਡੀਆ ਦੇ ਵਿੱਚ ਕੀ ਕੁਝ ਹੋਇਆ ਜਾਂ ਪੂਰਾ
ਫੁੱਲ ਪਲੇਨ ਸੀਗਾ, ਸੋਸ਼ਲ ਡਿਸਟੈਂਸ ਨਹੀਂ ਰੱਖੀ ਗਈ ਸੀ, ਪਰ ਪੂਰੇ ਮੋਟੇ ਤੌਰ ਦੇ ਉੱਤੇ ਤੁਸੀਂ ਜਦੋਂ ਦੇਖਦੇ ਆ ਤਾਂ ਕੀ ਫੀਲ ਹੁੰਦਾ ਹੈ ਇਹ ਸਾਰੇ ਦਿਨਾਂ ਨੂੰ ਦੇਖ ਕੇ? ਮੈਂ ਕਹਿੰਦਾ ਚੰਗੀ ਗੱਲ ਆ ਕਿ ਵਾਪਸ ਆ ਗਿਆ ਮੈਂ, ਐਟਲੀਸਟ ਆਪਣੇ ਪਰਿਵਾਰ ਚ ਆ ਗਿਆ, ਘਰ ਚ ਆ ਗਿਆ। ਮੈਂ ਇੱਥੋਂ ਦਾ ਆਦਮੀ ਹਾਂ, 40 ਸਾਲ ਤੋਂ ਉੱਪਰ ਕੈਨੇਡਾ ਚ ਰਹਿੰਦੇ ਨੂੰ ਹੋ ਗਏ ਆ, ਔਰ ਬੜਾ ਨੋਰਮਲ ਜੀ ਲਾਈਫ ਇੱਥੇ ਜੀਣ ਚ। ਇੰਡੀਆ ਜਾਂਦੇ ਆ, ਉੱਥੇ ਇਹੋ ਜਿਹੀ ਸਿਚੁਏਸ਼ਨ ਨਾ ਵੀ ਹੋਵੇ ਤਾਂ ਕਈ ਵਾਰੀ ਜਾ ਕੇ ਤੁਸੀਂ 2-3 ਹਫ਼ਤੇ ਬਾਅਦ ਕਈ ਗੱਲ ਤੋਂ ਅੱਕ ਜਾਂਦੇ ਆ, ਕਿਉਂਕਿ ਉੱਥੇ ਸਿਸਟਮ ਹੋਰ ਆ, ਆਬਾਦੀ ਦਾ ਰੇਸ਼ੋ ਹੋਰ ਆ, ਲੋਕਾਂ ਦੇ ਲੈਵਲ ਆਫ ਲਾਈਫ ਸਟਾਈਲ ਹੋਰ ਆ, ਸਟੈਂਡਰਡ ਆਫ ਲਿਵਿੰਗ ਹੋਰ ਆ, ਹਰ ਇੱਕ ਦਾ ਆਪਣਾ ਆਪਣਾ। ਹੁਣ ਉੱਥੋਂ ਦੇ ਸਿਸਟਮ ਵਾਲਿਆਂ ਦਾ ਵੀ ਮੈਂ ਨਹੀਂ ਕਹਿ ਸਕਦਾ, ਕਿਉਂਕਿ ਗੌਰਮੈਂਟ ਵੀ ਕੀ ਕਰੇ, ਸਿਸਟਮ ਵਿੱਚ ਕੰਮ ਕਰਨ ਵਾਲੇ ਬੰਦੇ ਵੀ ਕੀ ਕਰਨ, ਉਹਨਾਂ ਦੀਆਂ ਵੀ ਆਪਣੀਆਂ ਮਜਬੂਰੀਆਂ ਨੇ, ਆਪਣੀਆਂ ਪ੍ਰੋਬਲਮਸ ਨੇ। ਉਹਨਾਂ ਨੂੰ ਹਰ ਇੱਕ ਬੰਦੇ ਨਾਲ ਲੈਵਲ ਡੀਲ ਕਰਨਾ ਪੈਂਦਾ ਹੈ। ਕੋਈ ਵੱਡਾ ਬੰਦਾ ਹੈ, ਕੋਈ ਪੈਸੇ ਵਾਲਾ ਬੰਦਾ ਹੈ, ਕੋਈ ਪੜ੍ਹਿਆ ਲਿਖਿਆ ਬੰਦਾ ਹੈ, ਕੋਈ ਵਿੱਚ ਵਿਚਾਲੇ ਹੈ, ਕੋਈ ਬਿਲਕੁਲ ਗਰੀਬ ਆਦਮੀ ਹੈ। ਉਹਨਾਂ ਨੂੰ ਹਰ ਇੱਕ ਬੰਦੇ ਨੂੰ ਦੇਖ ਕੇ ਅਬਜ਼ਰਵ ਕਰਕੇ ਉਹਨਾਂ ਨਾਲ ਡੀਲ ਕਰਨਾ ਪੈਂਦਾ। ਇਟਸ ਨੋਟ ਈਜ਼ੀ ਜੌਬ। ਤੁਸੀਂ ਆਪਣੇ ਆਪ ਨੂੰ ਉੱਥੇ ਰੱਖ ਕੇ ਦੇਖਾਂ ਤੇ ਮੈਨੂੰ ਵੀ ਡਿਫੀਕਲਟ ਲੱਗੇਗਾ, ਤਾਂ ਫਿਰ ਵੀ ਉਹ ਕੋਪ ਕਰਨ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਦੀਆਂ ਡਿਫੀਕਲਟੀਆਂ ਉਸ ਮੁਲਕ ਦੇ ਹਿਸਾਬ ਨਾਲ ਉੱਥੇ ਬਹੁਤ ਜ਼ਿਆਦਾ ਡਿਫੀਕਲਟ ਨੇ। ਅਸੀਂ ਜੇ ਇੱਥੋਂ ਵਾਲੇ ਚੀਜ਼ਾਂ ਭਾਲ ਗਏ ਇੱਥੋਂ, ਉਹ ਵੀ ਗਲਤ ਗੱਲ ਹੈ, ਉਹ ਨਹੀਂ ਮਿਲਣਗੀਆਂ, ਕਿਉਂਕਿ ਆਪਣਾ ਸਿਸਟਮ ਹੋਰ ਹੈ, ਲੋਕ ਹੋਰ ਨੇ, ਔਰ ਆਦਤਾਂ ਹੋਰ ਨੇ, ਸਭ ਕੁਛ। ਸੋ ਬੰਦੇ ਨੂੰ ਫਲੈਕਸੀਬਲ ਹੋ ਕੇ ਐਡਜਸਟ ਹੋਣਾ ਪੈਂਦਾ। ਹਾਂ, ਹਰ ਇੱਕ ਜਗ੍ਹਾ ਦੇ ਉੱਤੇ ਕਮੀਆਂ ਪੇਸ਼ੀਆਂ ਹੁੰਦੀਆਂ, ਪੋਜ਼ੀਟਿਵ ਗੱਲਾਂ ਵੀ ਹੁੰਦੀਆਂ ਨੇ, ਨੈਗੇਟਿਵ ਗੱਲਾਂ ਵੀ ਹੁੰਦੀਆਂ ਨੇ। ਉਹਨਾਂ ਨੂੰ ਅੰਡਰਸਟੈਂਡ ਕਰਕੇ ਐਡਜਸਟ ਕਰਨ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ। ਪਰ ਜਦੋਂ ਆਪਾਂ ਇਹਨਾਂ ਨੂੰ ਡਿਸਕਸ ਕਰਦੇ ਹਾਂ, ਉਹਦੇ ਚੋਂ ਕੋਈ ਪੋਜ਼ੀਟਿਵ ਆਊਟਕਮ ਨਿਕਲਦੀ ਹੈ। ਇਸ ਕਰਕੇ ਗੱਲਾਂ ਕਰਦੀਆਂ ਜ਼ਰੂਰ ਚਾਹੀਦੀਆਂ। ਜਿਹੜੇ ਬੰਦੇ ਆਲਰੇਡੀ ਇੰਡੀਆ ਦੇ ਵਿੱਚ ਨੇ, ਜਿਹੜੇ ਹਜੇ ਵੀ ਉੱਥੋਂ ਵੇਟ ਕਰ ਰਹੇ ਨੇ ਕਿ ਸਾਡਾ ਨੰਬਰ ਕਦੋਂ ਆਏਗਾ, ਕਦੋਂ ਅਸੀਂ ਘਰਾਂ ਨੂੰ ਜਾਵਾਂਗੇ, ਖਾਸ ਕਰਕੇ ਜਿਹੜੇ PR ਕਾਰਡ ਹੋਲਡਰ ਨੇ, ਉਹ ਤਾਂ ਬਹੁਤ ਜ਼ਿਆਦਾ ਵੇਟ ਕਰ ਰਹੇ ਨੇ ਕਦੋਂ ਸਾਡਾ ਨੰਬਰ ਆਊਗਾ, ਕਿਉਂਕਿ ਇਕੱਲੇ ਸਿਟੀਜ਼ਨ ਹੀ ਆ ਰਹੇ ਨੇ ਹਜੇ। ਸੋ ਉਹਨਾਂ ਦੇ ਲਈ ਕੀ ਕਹਿਣਾ ਚਾਹੁੰਦੇ ਆ ਜਿਹੜੇ ਉੱਥੇ ਹਜੇ ਵੀ ਸਟਕ ਨੇ? ਹਾਂਜੀ, ਐਕਚੁਅਲੀ ਮੈਂ ਆਨਲਾਈਨ ਇਨ ਟੱਚ ਹੈਗਾ ਗਰੁੱਪਸ ਦੇ ਨਾਲ ਹਾਲੇ ਵੀ ਸੋਸ਼ਲ ਮੀਡੀਆ ਉੱਪਰ। ਉੱਥੋਂ ਮੈਨੂੰ ਪਤਾ ਲੱਗ ਰਿਹਾ ਕਿ ਤਕਰੀਬਨ ਹੁਣ PRs ਨੂੰ ਵੀ ਲਿਆਉਣਾ ਸ਼ੁਰੂ ਕੀਤਾ ਹੋਇਆ। ਕੁਝ ਹੋਰ ਨਵੀਆਂ 에ਅਰਲਾਈਨਾਂ ਦਾ ਵੀ ਸ਼ਾਇਦ ਐਡਜਸਟਮੈਂਟ ਹੋ ਰਹੀ, ਸ਼ਾਇਦ 에ਅਰ ਇੰਡੀਆ ਵੀ ਕੁਝ ਕਰ ਰਹੀ ਹੈ, ਕਿਉਂਕਿ 에ਅਰ ਇੰਡੀਆ ਨੇ ਜਿਹੜੇ ਇੰਡੀਅਨਸ ਨੈਸ਼ਨਲ ਨੇ, ਹਿੰਦੁਸਤਾਨੀ ਸਿਟੀਜ਼ਨ ਨੇ, ਔਰ ਬਾਹਰ ਨੇ, ਉਹ ਕੈਨੇਡਾ 'ਚ, ਇੰਗਲੈਂਡ 'ਚ ਜਾਂ ਯੂਰਪ ਜਾਂ ਹੋਰਾਂ ਥਾਵਾਂ ਦੇ ਉੱਤੇ, ਉਹਨਾਂ ਨੂੰ ਵਾਪਸ ਲਿਆਉਣਾ। ਤੇ ਉੱਥੋਂ ਫਿਰ ਉਹਨਾਂ ਨੇ ਦੂਸਰੇ ਨੈਸ਼ਨਲ ਜਿਹੜੇ ਜਿਵੇਂ ਕੈਨੇਡੀਅਨ ਨੇ ਜਾਂ ਬ੍ਰਿਟਿਸ਼ ਨੇ, ਹੋਰ ਉਹਨਾਂ ਨੂੰ ਬਾਹਰ ਲਿਜਾਣਾ। ਉਹ ਦੋਨੋਂ ਸਾਈਡਾਂ ਤੇ ਫਿਰ ਫੁੱਲ ਜਾ ਸਕਦੇ ਨੇ, ਜਾਂ ਜਿਵੇਂ ਉਹਨਾਂ ਦਾ ਹੈਗਾ ਪ੍ਰੋਸੀਜਰ, ਉਹ ਹੁਣ ਪ੍ਰੋਸੀਜਰ ਮੇਰਾ ਪ੍ਰੋਸੈਸ ਚੱਲ ਪਿਆ ਹੈ, ਤੇ ਚੱਲ ਪੈਣਾ ਬਹੁਤ ਜਲਦੀ। ਉਹਦੇ ਬਾਰੇ ਮੈਂ ਕੁਝ ਪੜ੍ਹਿਆ। ਜਿਹੜੇ ਉੱਥੇ ਲੋਕ ਨੇ, ਮੈਂ ਕਹਿੰਦਾ ਜਿਨ੍ਹਾਂ ਨੂੰ ਐਮਰਜੈਂਸੀ ਆ, ਬਹੁਤ ਤਕਲੀਫ ਆ, ਦਵਾਈਆਂ ਦੀ ਤਕਲੀਫ ਆ, ਬੱਚਿਆਂ ਦੀ ਹੋ ਰਹੀ ਆ, ਉਹ ਉਹਨਾਂ ਨੂੰ ਤੁਸੀਂ ਰਜਿਸਟਰਡ ਹੋ ਗਏ ਆ ਰੋਕਾ ਦੇ ਉੱਪਰ, ਰਜਿਸਟ੍ਰੇਸ਼ਨ ਆਫ ਕੈਨੇਡੀਅਨ ਅਬਰਾਡ, ਰੋਕਾ ਦਾ ਮਤਲਬ ਇਹ ਹੈ। ਤੇ ਉਹਨਾਂ ਦੇ ਨਾਲ ਇਨ ਟੱਚ ਰਹੋ, ਤੇ ਤੁਸੀਂ ਜੇ ਤੁਸੀਂ ਰਜਿਸਟਰਡ ਹੈਗੇ ਆ, ਆਰਾਮ ਨਾਲ ਵੇਟ ਕਰੋ। ਉਹ ਪ੍ਰਾਇਓਰਟੀ ਕਰਦੇ ਨੇ ਵੀ ਸਾਰੀ ਲਿਸਟ ਨੂੰ ਪੜ੍ਹ ਕੇ ਵੀ ਕਿਹੜਾ ਬੰਦੇ ਨੂੰ ਕਿੰਨੀ ਤਕਲੀਫ ਆ, ਕੀ ਸਿਚੁਏਸ਼ਨ ਆ, ਉਸ ਹਿਸਾਬ ਨਾਲ ਲਿਸਟਾਂ ਬਣਾ ਕੇ ਆਪਣੇ ਏਜੰਟ ਨੂੰ ਭੇਜ ਦਿੰਦੇ ਨੇ। ਥਾਮਸ ਕੁੱਕ ਇੰਡੀਆ ਵਾਲੇ ਜਿਹੜੇ ਨੇ, ਉਹ ਫਿਰ ਤੁਹਾਨੂੰ ਫੋਨ ਕਰਕੇ ਬੁਕਿੰਗ ਕਰਦੇ ਨੇ, ਉਹ ਸਾਰਾ ਹੈਂਡਲ ਕਰਦੇ ਨੇ। ਹੈਂਡਲ ਕਰਨ ਤੋਂ ਬਾਅਦ ਸਾਰਾ ਰਿਕਾਰਡ ਫਿਰ ਐਮਬੈਸੀ ਨੂੰ ਜਾਂਦਾ ਜੀ। ਤੋਂ ਐਮਬੈਸੀ ਇਹ ਦੋਨੋਂ ਆਪਸ ਵਿੱਚ ਕੋਲੈਬੋਰੇਟ ਕਰਕੇ 에ਅਰਲਾਈਨ ਦੇ ਨਾਲ ਤਿੰਨੇ ਚੀਜ਼ਾਂ ਇਹ ਐਡਜਸਟਮੈਂਟ ਕਰਕੇ ਸਾਰਿਆਂ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ। ਫਿਰ ਐਂਡ ਦੇ ਉੱਤੇ ਇਹ ਗੱਲ ਆ ਜਾਂਦੀ ਆ ਵੀ ਹੁਣ 에ਅਰਪੋਰਟ ਤੇ ਕਿਵੇਂ ਪਹੁੰਚਿਆ ਜਾਵੇ। ਉੱਥੇ ਫਿਰ ਇੰਡੀਅਨ ਗਵਰਨਮੈਂਟ ਦੀਆਂ ਏਜੰਸੀਆਂ ਤੇ ਇੰਡੀਅਨ ਗਵਰਨਮੈਂਟ ਦਾ ਜਿਹੜਾ ਹੈਗਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਥਰੂ, ਉਹਦੇ ਕਰਕੇ ਸਾਰੀਆਂ ਜਿੰਨੀਆਂ ਡਿਸਟ੍ਰਿਕਟਸ ਨੇ, DC ਵਗੈਰਾ ਦਫ਼ਤਰ, ਉਹ ਕਨੈਕਟਡ ਨੇ। ਆਨਲਾਈਨ ਸਾਰਾ ਕੰਮ ਹੋ ਜਾਂਦਾ, ਲੇਕਿਨ ਥੋੜੀ ਜਿਹੀ ਪੇਸ਼ੈਂਸ ਰੱਖਣ ਦੀ ਲੋੜ ਆ, ਥੋੜਾ ਜਿਹਾ ਵਿਸ਼ਵਾਸ ਕਰਨ ਦੀ ਲੋੜ ਆ, ਔਰ ਥੋੜਾ ਜਿਹਾ ਪੈਨਿਕ ਤੋਂ ਬਚੋ ਜੀ। ਆ ਜਾਓ ਸਾਰੇ ਜੀ, ਜਿਵੇਂ ਲਾਈਨਾਂ ਜ਼ਿਆਦਾ ਭੇਜੀਆਂ ਜਾਣਗੀਆਂ ਜਾਂ ਗਵਰਨਮੈਂਟ ਵੱਲੋਂ ਟਰਾਈ ਕੀਤੀ ਜਾ ਰਹੀ ਹੈ। ਮੇਰੇ ਖਿਆਲ ਜਿੰਨਾ ਕੁ ਅਲਾਓ ਕੀਤਾ ਇੰਡੀਅਨ ਗਵਰਨਮੈਂਟ ਨੇ ਕੈਨੇਡੀਅਨ ਗਵਰਨਮੈਂਟ ਨੂੰ, ਇਹ ਓਨਾ ਕੀ ਕਰ ਸਕੇ ਆ। ਅਸੀਂ ਪੁਸ਼ ਕਰਦੇ ਰਹੇ, ਹੋਰ ਭੇਜੋ। ਇਹ ਚਾਹੁੰਦੇ ਵੀ ਹੋਣ ਤੇ ਨਹੀਂ ਕਰ ਸਕਦੇ, ਕਿਉਂਕਿ ਜਿੰਨਾ ਚਿਰ ਉਧਰੋਂ ਪਰਮਿਸ਼ਨ ਨਹੀਂ ਮਿਲਦੀ ਤੇ ਤੁਸੀਂ 50 ਫਲਾਈਟਾਂ ਕਿੱਦਾਂ ਭੇਜ ਦਿਓਗੇ ਜੇ ਉਹ ਅਲਾਓ ਨਹੀਂ ਕਰਦੇ? ਠੀਕ ਹੈ ਨਾ। ਲੋਕ ਬਿਲਕੁਲ ਹੋ ਰਹੇ ਹੈਗੇ ਆ, ਆਉਣਾ ਚਾਹੁੰਦੇ ਨੇ ਇੱਥੇ। ਸੋ ਯੂ ਆਰ ਲੱਕੀ ਕਿ ਤੁਸੀਂ ਵਾਪਸ ਆ ਗਏ ਹੈਗੇ ਆ, ਤੇ ਹੋਰ ਵੀ ਲੋਕ ਜਿਹੜੇ ਹੈਗੇ ਨੇ ਉਹ ਹੌਲੀ ਜਿਹੜੇ ਵਾਪਸ ਆਪਣੇ ਘਰਾਂ ਨੂੰ ਵਾਪਸ ਆ ਜਾਣਗੇ। ਪਰ ਹੁਣ ਤੁਹਾਨੂੰ ਜੇ ਮੈਂ ਪੁੱਛਾਂ ਖਾਸ ਤੌਰ ਦੇ ਉੱਤੇ, ਕੁਆਰੰਟੀਨ ਟਾਈਮ ਦੇ ਵਿੱਚ ਤੁਸੀਂ ਹੁਣ ਹੈਗੇ ਆ ਤੇ ਅਗਲੇ ਵੀਕ ਤੱਕ ਤੁਸੀਂ ਫਿਰ ਬਾਹਰ ਆ ਜਾਓਗੇ, ਸੋ ਬਾਹਰ ਆ ਕੇ ਪਹਿਲਾ ਕੰਮ ਕੀ ਕਰਨਾ ਚਾਹੁੰਦੇ ਆ? ਹਾਂਜੀ, ਤੁਹਾਨੂੰ ਮਿਲਾਂਗੇ, ਤੁਹਾਡੇ ਨਾਲ ਬੈਠ ਕੇ ਚਾਹ ਪਾਣੀ ਪੀ ਲਵਾਂਗੇ ਜੇ ਕਹੋ ਤਾਂ। ਬਿਲਕੁਲ, we will wait for that moment। ਤੇ ਕਿਹੜੇ ਪ੍ਰੋਜੈਕਟ ਆਉਣਗੇ ਉਸ ਤੋਂ ਬਾਅਦ, ਕਿਉਂਕਿ ਹੁਣ ਸ਼ੂਟ ਤੁਸੀਂ ਕਰਕੇ ਆਏ ਹੈਗੇ ਆ, ਸੋ ਜਦੋਂ ਇਹ ਸਾਰਾ ਕੁਝ ਸਹੀ ਹੋਊਗਾ ਤਾਂ ਤੁਹਾਡੀਆਂ ਜਿਹੜੀਆਂ ਫਿਲਮ ਨੇ ਜਾਂ ਜੋ ਵੀ ਪ੍ਰੋਜੈਕਟ ਨੇ ਉਹ ਬਾਹਰ ਆਉਣਗੇ। ਸੋ ਕਿਹੜੇ ਪ੍ਰੋਜੈਕਟ ਆ ਰਹੇ ਹੈਗੇ? ਐਕਚੁਅਲੀ ਇਸ ਵੇਲੇ ਤਾਂ ਹੁਣ ਇੰਡੀਆ ਵਿੱਚ ਵੀ ਤਕਰੀਬਨ ਇਹ ਮੇਰਾ ਖਿਆਲ 20 ਮਾਰਚ ਤੋਂ ਬਾਅਦ ਸਾਰਾ ਕੁਝ ਬੰਦ ਹੋ ਗਿਆ ਸੀਗਾ। ਉਹ ਵੀ ਬੰਬੇ ਨੂੰ ਸਾਰਾ ਕੁਝ ਰੈਪ ਅਪ ਕਰਕੇ ਚਲੇ ਗਏ ਸਨ। ਉਹ ਫਿਲਮ 80% ਸ਼ੂਟ ਹੋ ਗਈ। ਬਾਅਦ 'ਚ ਮੈਂ ਫੋਨ ਤੇ ਗੱਲ ਕੀਤੀ
80% ਉਹਨਾਂ ਦੀ 20% ਹਾਲੇ ਰਹਿੰਦਾ। ਉਹ ਜਿੰਨਾ ਚਿਰ ਇਹ ਹਾਲਾਤ ਨਾਰਮਲ ਨਹੀਂ ਹੁੰਦੇ, ਕਿਸੇ ਫਿਲਮ ਦੀ ਸ਼ੂਟਿੰਗ ਪੰਜਾਬੀ, ਹਿੰਦੀ ਜਾਂ ਜੋ ਵੀ ਇੰਡੀਅਨ ਆ, ਜਾਂ ਇੰਗਲਿਸ਼ ਯੂਨੀਵਰਸਿਟੀ ਇਹ ਵੀ ਬੰਦ ਪਈ ਆ। ਸੋ ਇਹ ਸਾਰਾ ਕੁਛ ਸ਼ੁਰੂ ਹੌਲੀ ਹੌਲੀ ਹੋਏਗਾ। ਮੇਰਾ ਖਿਆਲ ਹਾਲੇ ਮਹੀਨਾ 2 ਮਹੀਨੇ ਹੋਰ ਲੱਗ ਜਾਣੇ ਆ, ਔਰ ਜਦ ਸ਼ੂਟਿੰਗ ਸ਼ੁਰੂ ਨਹੀਂ ਹੋਣੀ ਆ ਤੇ ਰਿਲੀਜ਼ ਵੀ ਨਹੀਂ ਹੋਣੀ ਆ, ਥੀਏਟਰ ਵੀ ਨਹੀਂ ਖੁੱਲਣੇ। ਪਤਾ ਨਹੀਂ 2 ਮਹੀਨੇ, ਪਤਾ ਨਹੀਂ 3 ਮਹੀਨੇ, ਪਤਾ ਨਹੀਂ 4 ਮਹੀਨੇ। ਇਹ ਇੱਕ ਚੈਲੰਜ ਹੈ ਮਤਲਬ ਇੰਡਸਟਰੀ ਨੂੰ, ਦੇਖਣ ਵਾਲਿਆਂ ਨੂੰ ਵੀ, ਆਡੀਅנס ਵਾਸਤੇ ਵੀ ਇਸ਼ੂ ਆ। ਚਲੋ ਆਡੀਅנס ਵਾਸਤੇ ਇੱਕੋ ਚੀਜ਼ ਅਵੇਲੇਬਲ ਹੈ, ਉਹ ਹੈਗਾ ਇੰਟਰਨੈਟ ਜਾਂ ਆਪਣਾ ਜੋ ਵੀ ਆਪਣੇ ਫਿਲਮਾਂ ਟੈਲੀਵਿਜ਼ਨ ਤੇ ਆਉਂਦੀਆਂ ਨੇ ਦੇਖ ਸਕਦੇ ਨੇ। ਥੀਏਟਰ ਦੇ ਬੰਦ ਰਹਿਣਗੇ ਹਾਲੇ ਕਾਫੀ ਟਾਈਮ ਤੱਕ। ਇਹਦੇ ਮਤਲਬ ਹਾਲਾਤ ਦੱਸਣਗੇ, ਗਵਰਨਮੈਂਟ ਦੱਸੇਗੀ, ਜਾਂ ਜਿਵੇਂ ਜੋ ਪਾਲਿਸੀਆਂ ਅਲੱਗ-ਅਲੱਗ ਮੁਲਕਾਂ ਦੇ ਹਿਸਾਬ ਨਾਲ ਉਹ ਹੋਏਗਾ। ਔਰ ਹਿੰਦੁਸਤਾਨ ਵਿੱਚ ਵੀ ਕਾਫੀ ਟਫ ਹੈ। ਘਰਾਂ 'ਚ ਬੈਠੇ ਨੇ ਮੇਰੇ ਦੋਸਤ, ਮੇਰੇ ਬੰਬੇ ਵਿਚਾਰੇ, ਉਹ 2 ਬੈਡਰੂਮ 3 ਬੈਡਰੂਮ ਦੇ ਫਲੈਟ ਨੇ, ਉਹ ਟੰਗੇ ਹੋਏ ਨੇ 15ਵੀਂ 20ਵੀਂ ਉੱਪਰਲੀ ਮੰਜ਼ਿਲ ਦੇ ਵਿੱਚ। ਉਹ ਵਿਚਾਰੇ ਥੱਲੇ ਜ਼ਮੀਨ ਵੀ ਨਹੀਂ ਦੇਖ ਸਕਦੇ, ਅੰਦਰ ਹੀ ਫਿਰਦੇ ਨੇ। ਔਰ ਉੱਥੇ ਤੁਸੀਂ ਕੀ ਕਰ ਸਕਦੇ ਹੋ? ਬਿਲਕੁਲ ਫੇਮ, ਉੱਥੇ ਗੱਲਬਾਤ, ਉੱਥੇ ਪਾਵਰ, ਕਿਸੇ ਚੀਜ਼ ਦਾ ਕੋਈ ਵੈਲਿਊ ਨਹੀਂ। ਮਤਲਬ ਇਸ ਚੀਜ਼ ਨੇ ਰਿਅਲਾਈਜ਼ ਕੀਤਾ ਕਿ ਹਿਊਮਨ ਟੂ ਹਿਊਮਨ ਰਿਲੇਸ਼ਨ ਜਿਹੜੇ ਆ ਇਹ ਮੋਰ ਇੰਪੋਰਟੈਂਟ ਨੇ। ਸਿੰਪਲ ਲਾਈਫ ਜੀਣੀ ਮੋਰ ਇੰਪੋਰਟੈਂਟ ਹੈ। ਬਾਕੀ ਸਾਰੀਆਂ ਲਗਜ਼ਰੀ ਵਾਲੀਆਂ ਚੀਜ਼ਾਂ ਨੂੰ ਪਾਸੇ ਕਰਕੇ ਬੀਇੰਗ ਏ ਹਿਊਮਨ, ਅ ਗੁੱਡ ਹਿਊਮਨ ਕਿਵੇਂ ਜਿਉਇਆ ਜਾ ਸਕਦਾ, ਮੇਰਾ ਖਿਆਲ ਲੋਕਾਂ ਨੂੰ ਰਿਅਲਾਈਜ਼ ਕਰਵਾਤਾ ਇਸ ਬਿਮਾਰੀ ਨੇ। ਹਰ ਇੱਕ ਚੰਗਿਆਈ ਵਿੱਚ ਬੁਰਾਈ ਤੇ ਬੁਰਾਈ ਵਿੱਚ ਚੰਗਿਆਈ ਵੀ ਹੁੰਦੀ ਆ। ਤਾਂ ਮੇਰਾ ਖਿਆਲ ਹੈ ਕਿ ਸ਼ਾਇਦ ਰੱਬ ਦਾ ਕੋਈ ਇਹ ਇਮਤਿਹਾਨ ਆ ਲੋਕਾਂ ਵਾਸਤੇ ਕਿ ਸੈਲਫ ਰਿਅਲਾਈਜੇਸ਼ਨ ਕਰੋ, ਲਾਈਫ ਦੇ ਮੀਨਿੰਗ ਕੀ ਹੈ, ਲਾਈਫ ਦਾ ਪਰਪਸ ਕੀ ਹੈ, ਆਪਾਂ ਕੀ ਕੁਛ ਕਰਦੇ ਹਾਂ। ਕਈ ਵਾਰੀ ਕਿਸੇ ਲਿਮਿਟ ਤੋਂ ਜ਼ਿਆਦਾ ਹੋ ਜਾਂਦੇ ਆ ਤੇ ਵਾਪਸ ਮੁੜੋ, ਉਹਦਾ ਫਾਇਦਾ ਕੋਈ ਨਹੀਂ ਹੈ, ਨੁਕਸਾਨ ਹੀ ਹੁੰਦਾ। ਬਿਲਕੁਲ ਜੀ, ਥੈਂਕ ਯੂ ਮਿਸਟਰ ਰਖੜਾ ਕਿ ਤੁਸੀਂ ਟਾਈਮ ਟੂ ਟਾਈਮ ਕੱਢਿਆ ਤੇ ਸਾਡੇ ਨਾਲ ਗੱਲਬਾਤ ਕੀਤੀ, ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ। ਹੋਪਫੁਲੀ ਤੁਸੀਂ ਹੁਣ 7 ਦਿਨਾਂ ਬਾਅਦ ਬਾਹਰ ਆਓਗੇ ਤੇ ਹੈਲਥੀ ਰਹੋ ਤੇ ਸਟੇ ਸੇਫ, ਸਟੇ ਹੋਮ, ਤੇ ਜਿੰਨਾ ਚਿਰ ਤੁਹਾਨੂੰ ਗਾਈਡਲਾਈਨਸ ਮਿਲਦੀਆਂ ਰਹੀਆਂ ਉਹਨਾਂ ਨੂੰ ਫੋਲੋ ਕਰਦੇ ਰਹੋ। ਤੇ ਹੋਪਫੁਲੀ ਅਸੀਂ ਤੁਹਾਡੇ ਨਾਲ ਬੈਠ ਕੇ ਵੀ ਗੱਲਬਾਤ ਕਰਾਂਗੇ। ਥੈਂਕ ਯੂ ਸੋ ਮਚ ਵਾਂਸ ਅਗੇਨ। Sure, so far so good. I'm healthy every single day. I'm feeling great and fine. 7 ਦਿਨ ਹੋਰ ਅੱਗੇ ਵੀ ਨਿਕਲ ਜਾਣਗੇ, ਲੇਕਿਨ I just monitor myself, ਜਿਵੇਂ ਹੈਗਾ ਸਭ ਕੁਝ ਨਾਰਮਲ ਚੱਲ ਰਿਹਾ। ਔਰ ਪਰਮਾਤਮਾ ਦਾ ਸ਼ੁਕਰ ਹੈ, ਧੰਨਵਾਦ ਹੈ, ਮੇਰੀ ਆਡੀਅנס ਦਾ ਸ਼ੁਕਰ ਹੈ, ਤੁਹਾਡੇ ਸਰੋਤਿਆਂ ਦਾ ਧੰਨਵਾਦ ਬਹੁਤ ਬਹੁਤ। ਔਰ ਸਾਂਝਾ ਟੀਵੀ ਦੀ ਜਿੰਨੀ ਵੀ ਇੰਟਾਇਰ ਟੀਮ ਹੈ, ਤੁਹਾਡੀ ਮੈਨੇਜਮੈਂਟ ਔਰ ਤੁਹਾਡੇ ਦੇਖਣ ਵਾਲੇ ਲਿਸਨਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਸ਼ਾਇਦ ਮੇਰੀਆਂ 2-4 ਗੱਲਾਂ 'ਚੋਂ ਕਿਸੇ ਨੂੰ ਕੋਈ ਫਾਇਦਾ ਮਿਲਿਆ ਹੋਵੇ ਤਾਂ ਉਸੇ ਵਾਸਤੇ ਵੀ ਸ਼ੁਕਰੀਆ। ਔਰ ਤੁਸੀਂ ਮੈਨੂੰ ਕੰਟੈਕਟ ਕੀਤਾ, ਆਨਰ ਦਿੱਤਾ, ਥੈਂਕ ਯੂ ਵੈਰੀ ਮਚ। ਅਤੇ ਫਿਰ ਜ਼ਰੂਰ ਮਿਲਾਂਗੇ। ਥੈਂਕ ਯੂ ਵੈਰੀ ਮਚ ਜੀ, ਧੰਨਵਾਦ ਜੀ। ਬਿਲਕੁਲ ਗੱਲਬਾਤ ਹੋਈ ਮਿਸਟਰ BK ਰਖੜਾ ਦੇ ਨਾਲ, ਜਿਹੜੇ ਹਾਲ ਹੀ ਦੇ ਵਿੱਚ ਪੰਜਾਬ ਤੋਂ ਵਾਪਸ ਆਏ ਨੇ ਤੇ ਕੁਆਰੰਟੀਨ ਦੇ ਵਿੱਚ ਨੇ, ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਐਕਸਪੀਰੀਅੰਸ ਕਿੱਦਾਂ ਰਿਹਾ। ਤੇ ਹੌਲੀ ਹੌਲੀ ਜਿਹੜੇ ਸਾਰੇ ਕੈਨੇਡੀਅਨਸ ਨੇ ਉਹ ਵਾਪਸ ਆਪਣੇ ਘਰ ਦੇ ਵਿੱਚ ਆ ਜਾਣਗੇ। ਬਸ ਲੋੜ ਹੈ, ਜਿਵੇਂ BK ਰਖੜਾ ਜੀ ਨੇ ਦੱਸਿਆ, ਕਿ ਪੇਸ਼ੈਂਸ ਰੱਖੋ ਤੇ ਨਾਲ ਜਿਹੜਾ ਸਭ ਕੁਝ ਹੈ ਉਹ ਸਹੀ ਹੋ ਜਾਵੇਗਾ। ਸੋ ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।